ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੇਰਾ ਨਾਮ ਹੈ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਇੱਕ ਨਵੇਂ ਮਹਿਮਾਨ ਦੇ ਨਾਲ ਤੁਹਾਡੇ ਰੂਬਰੂ ਹੋਇਆ ਤੇ ਜਿਹੜਾ ਤਜਰਬਾ ਅੱਜ ਇਹ ਸਾਡੇ ਨਾਲ ਸਾਂਝਾ ਕਰ ਰਹੇ ਨੇ ਉਹ ਲਗਭਗ ਹਰ ਦੂਜੇ ਜਾਂ ਚੌਥੇ ਸ਼ਖਸ ਨੂੰ ਇਹ ਪ੍ਰੋਬਲਮ ਹੈਗੀ ਹੈ ਕਿਉਂਕਿ ਟੈਨਸ਼ਨਾਂ ਇੰਨੀਆਂ ਵੱਧ ਚੁੱਕੀਆਂ ਨੇ। ਜਿਹੜੇ ਸਮਾਜ ਦੇ ਵਿੱਚ ਪ੍ਰੋਬਲਮਾਂ ਇੰਨੀਆਂ ਵੱਧ ਚੁੱਕੀਆਂ ਨੇ, ਪਰਿਵਾਰਾਂ ਦੇ ਵਿੱਚ ਪ੍ਰੋਬਲਮਾਂ ਇੰਨੀਆਂ ਵੱਧ ਚੁੱਕੀਆਂ ਨੇ ਕਿ ਇਹ ਜੀ ਸਮੱਸਿਆ ਹੋਣਾ ਜਿਹੜੀ ਆ ਇਹ ਆਮ ਹੋ ਚੁੱਕਿਆ ਅੱਜ। ਤੇ ਉਹ ਡਿਪਰੈਸ਼ਨ ਦੇ ਸ਼ਿਕਾਰ ਰਹੇ ਨੇ। ਮਾਈਗ੍ਰੇਨ ਹੋ ਗਿਆ ਸੀ ਇਹਨਾਂ ਨੂੰ, ਸਾਰੀ ਰਾਤ ਜਿਹੜੇ ਸੀ ਇਹ ਸੌਂਦੇ ਨਹੀਂ ਸੀ, ਉਹਦੇ ਕਰਕੇ ਸਰਵਾਈਕਲ ਵੀ ਹੋ ਗਿਆ ਨਾਲ ਇਹਨਾਂ ਨੂੰ। ਤੇ ਲੰਮਾ ਸਮਾਂ ਦਵਾਈਆਂ ਖਾਧੀਆਂ, ਦਵਾਈਆਂ ਨੇ ਕਿਸ ਤਰ੍ਹਾਂ ਇਫੈਕਟ ਕੀਤਾ ਬਾਡੀ ਦੇ ਉੱਤੇ, ਕਿਸ ਤਰੀਕੇ ਦੇ ਨਾਲ ਜਿਹੜਾ ਸਰੀਰ ਇਹਨਾਂ ਦਾ ਖਰਾਬ ਹੋਇਆ ਤੇ ਮੁੜ ਕੇ ਫਿਰ ਕਿਹੜੀ ਪੱਧਤੀ ਦੇ ਨਾਲ ਜਿਹੜਾ ਇਹਨਾਂ ਨੂੰ ਆਰਾਮ ਆਇਆ। ਤੇ ਅੱਜ ਇਹ ਤੰਦਰੁਸਤ ਹਾਲਤ ਵਿੱਚ ਬੈਠ ਕੇ ਆਪਣੇ ਨਾਲ ਆਪਣਾ ਤਜਰਬਾ ਸਾਂਝਾ ਕਰ ਰਹੇ ਨੇ। ਆਪਾਂ ਇਹਨਾਂ ਦੇ ਮੂੰਹ ਸੁਣਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਕਵਲਜੀਤ ਸਰ ਮੇਰਾ ਨਾਮ। ਅੱਛਾ, ਥੋੜੀ ਆਪਣੀ ਡਿਟੇਲ ਦਿਓਗੇ, ਕਿੱਥੇ ਤੋਂ ਰਹਿਣ ਵਾਲੇ ਹੋ, ਕਿੰਨਾ ਪੜ੍ਹੇ ਹੋ, ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਕਦੋਂ ਵਿਆਹ ਹੋਇਆ, ਥੋੜਾ ਜਿਹਾ ਪੂਰੀ ਡਿਟੇਲ ਦਿਓ। ਹਾਂਜੀ ਸਰ, ਮੈਂ ਮਤਲਬ ਕਿ ਮਖੂ ਰਹਿਣ ਵਾਲੇ ਅਸੀਂ। ਹਾਂਜੀ, ਤੇ ਮੇਰੇ 2 ਬੇਟੇ ਨੇ। ਹਾਂਜੀ, ਤੇ ਪਰਿਵਾਰ ਦੇ ਵਿੱਚ ਅਸੀਂ 4 ਹੀ ਮੈਂਬਰ ਹਾਂ, ਹਸਬੈਂਡ ਮੇਰੇ ਤੇ ਮੈਂ। ਤੇ ਕਿਹੜੇ ਸੰਨ ਦੇ ਵਿੱਚ ਵਿਆਹ ਹੋਇਆ ਸਰ ਆਪਣਾ ਵਿਆਹ 2000 ਦੇ ਵਿੱਚ ਹੋਇਆ ਸੀ। ਸੰਨ 2000 ਦੇ ਵਿੱਚ ਵਿਆਹ ਹੋਇਆ। ਬੱਚੇ ਕਦੋਂ ਹੋਏ ਨੇ? ਬੱਚੇ ਵੱਡਾ ਬੇਟਾ 2003 ਦਾ ਬਰਥ ਹੈ ਉਹਦਾ, ਛੋਟੇ ਬੇਟੇ ਦਾ 2004 ਦਾ ਬਰਥ ਹੈ। ਤੇ ਤੁਸੀਂ ਮੈਨੂੰ ਆਫ ਦਾ ਕੈਮਰਾ ਦੱਸ ਰਹੇ ਸੀ ਕਿ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਆ ਗਈ ਸੀ। ਉਹਦੇ ਪਿੱਛੇ ਦੇ ਥੋੜੇ ਜਿਹੇ ਕਾਰਨ ਦੱਸੋਗੇ, ਕੀ ਪ੍ਰੋਬਲਮ ਆਈ ਹੈ ਤੇ ਕਿੱਦਾਂ ਇਹ ਸਾਰੀਆਂ ਚੀਜ਼ਾਂ ਕਿਉਂਕਿ ਵਿਆਹ ਜਦੋਂ ਹੁੰਦਾ, ਇੱਕ ਵਿਆਹ ਕੇ ਜਦੋਂ ਇੱਕ ਲੜਕੀ ਇੱਕ ਪਰਿਵਾਰ ਦੇ ਨਾਲ ਜੁੜਦੀ ਹੈ ਤਾਂ ਉਹ ਖੁਸ਼ੀ ਵਾਲੇ ਮਾਹੌਲ 'ਚ ਜੁੜਦੀ ਹੈ। ਪਰਿਵਾਰ ਇੱਕ ਬਹੁਤ ਵਧੀਆ ਮਾਹੌਲ ਦੇ ਵਿੱਚ ਹੁੰਦਾ, ਤਾਂ ਹੀ ਦੋ ਪਰਿਵਾਰਾਂ ਦਾ ਆਪਸ ਦੇ ਵਿੱਚ ਮੇਲ ਹੁੰਦਾ, 2 ਲੜਕਾ ਲੜਕੀ ਦਾ ਮੇਲ ਕੀਤਾ ਜਾਂਦਾ। ਪਰ ਖੁਸ਼ੀ ਦਾ ਮਾਹੌਲ ਫਿਰ ਜਿਹੜਾ ਇਹ ਡਿਪਰੈਸ਼ਨ 'ਚ ਕਦੋਂ ਬਦਲ ਗਿਆ? ਸਰ ਮਤਲਬ ਕਿ ਐਵੇਂ ਘਰੇ ਲੜਾਈ ਝਗੜੇ ਹੋਣ ਕਰਕੇ, ਵਧਣ ਕਰਕੇ ਅੰਦਰ ਹੀ ਅੰਦਰ ਆਪਣੇ ਸੋਚਦੇ ਰਹਿਣਾ ਵੀ ਇਹ ਮਤਲਬ ਕਿ ਐਵੇਂ ਦਾ ਸੋਚਿਆ ਨਹੀਂ ਕੁਝ ਜੋ ਹੋ ਰਿਹਾ ਵਾ ਤੇ ਗਲਤ ਹੋ ਰਿਹਾ ਵਾ। ਕਿੱਦਾਂ ਪਰ ਹਸਬੈਂਡ ਵਾਈਫ ਸੀਗਾ ਜਾਂ ਸਾਂਝੇ ਪਰਿਵਾਰ ਦੇ ਵਿੱਚ? ਕਿਤੇ ਸਾਂਝੇ ਪਰਿਵਾਰ ਦੀ ਸਰ, ਹਸਬੈਂਡ ਵਾਈਫ ਦੇ ਵਿੱਚ ਸਾਡੀ ਕੋਈ ਮਤਲਬ ਕਿ ਲੜਾਈ ਝਗੜਾ ਨਹੀਂ ਸੀ ਹੈਗਾ। ਹਾਂਜੀ, ਸਾਂਝੇ ਪਰਿਵਾਰ ਦੇ ਵਿੱਚ ਮਤਲਬ ਲੜਾਈ ਝਗੜੇ ਹੁੰਦੇ ਸੀ। ਹਾਂਜੀ, ਕੋਈ ਮਤਲਬ ਕਿ ਸੋਚ ਕੇ ਜਿਵੇਂ ਆਪਣੇ ਅੰਦਰ ਹੀ ਅੰਦਰ ਤੇ ਫਿਰ ਜਿਵੇਂ ਇੰਨਾ ਜ਼ਿਆਦਾ ਵੱਧ ਗਿਆ ਸਟਰੈਸ ਤੇ ਮਤਲਬ ਕਿ ਗੁੱਸਾ ਬਹੁਤ ਜ਼ਿਆਦਾ ਚੜਨਾ। ਇਹ ਕਦੋਂ ਹੋਇਆ? ਇਹ ਮਤਲਬ ਕਿੰਨੀ ਦੇਰ ਇਹ ਸਾਰਾ ਕੁਝ ਚੱਲਦਾ ਰਿਹਾ ਤੇ ਕਦੋਂ ਇਹ ਚੀਜ਼ ਜਿਹੜੀ ਹੈ ਬਦਲਾਅ ਆਉਣੇ ਸ਼ੁਰੂ ਹੋਏ ਸਰੀਰ 'ਚ? ਮਤਲਬ ਕਿ 3-4 ਸਾਲ ਮਤਲਬ ਕਿ ਐਵੇਂ ਚੱਲਦਾ ਰਿਹਾ, ਚੱਲਦੇ ਰਹੇ। ਹਾਂਜੀ, ਤੇ ਮਤਲਬ ਕਿ 5 ਸਾਲ ਬਾਅਦ ਤੇ ਫਿਰ ਮਤਲਬ ਕਿ ਬਹੁਤ ਜ਼ਿਆਦਾ ਮੈਨੂੰ ਮਤਲਬ ਕਿ ਡਿਪਰੈਸ਼ਨ ਜ਼ਿਆਦਾ ਹੋ ਗਿਆ ਸੀ। ਹਾਂਜੀ, ਮਤਲਬ 5 ਸਾਲ ਤੱਕ ਤੁਹਾਡਾ ਜਿਹੜਾ ਸੀਗਾ ਉਹ ਪਰਿਵਾਰਕ ਡਿਸਪਿਊਟ ਚੱਲਦਾ ਰਿਹਾ। ਉਸ ਡਿਸਪਿਊਟ ਨੇ ਤੁਹਾਡੇ ਤੇ ਇੰਨਾ ਕੁ ਅਸਰ ਕਰ ਦਿੱਤਾ ਕਿ 5 ਸਾਲਾਂ ਬਾਅਦ ਉਹ ਡਿਪਰੈਸ਼ਨ 'ਚ ਬਦਲ ਗਿਆ। ਡਿਪਰੈਸ਼ਨ 'ਚ ਬਦਲ ਗਿਆ। ਹਾਂਜੀ ਸਰ, ਫਿਰ ਮਤਲਬ ਕਿ ਬਹੁਤ ਫਿਰ ਤਾਂ ਨੀਂਦ ਵੀ ਨਹੀਂ ਆਉਂਦੀ ਰਾਤ ਨੂੰ। ਤੇ ਮਤਲਬ ਕਿ ਨਾ ਕੋਈ ਫੋਨ ਦੇਖਿਆ ਜਾਣਾ, ਨਾ ਹੀ ਕੋਈ ਸਬਜ਼ੀ ਕੱਟੀ ਜਿਵੇਂ ਉਹ ਵੀ ਨਹੀਂ ਕੱਟੀ ਜਾਣੀ, ਕੋਈ ਦਾਲ ਵਗੈਰਾ ਚੁਣਨੀ ਉਹ ਨਹੀਂ ਚਣੀ ਜਾਂਦੀ ਸੀ। ਤੇ ਮਤਲਬ ਕਿ ਸਾਰੀ ਕੀ ਹੁੰਦਾ ਸੀ ਜਿਵੇਂ ਧੌਣ ਹੀ ਦਰਦ ਕਰਨ ਲੱਗ ਜਾਂਦੀ ਤੇ ਸਿਰ ਨੂੰ ਕੁਛ ਹੋਣ ਲੱਗ ਜਾਂਦਾ ਸੀ ਮੇਰੇ ਨੂੰ। ਚੱਕਰ ਵੀ ਆਉਂਦੇ ਤੇ ਜਿਵੇਂ ਆ ਤਾਲੂ ਨੂੰ ਕੁਛ ਹੋਈ ਜਾਂਦਾ, ਜਿਵੇਂ ਸਮਝ ਨਹੀਂ, ਮੈਨੂੰ ਆਪਣੇ ਆਪ ਨੂੰ ਸਮਝ ਨਹੀਂ ਲੱਗਦੀ ਵੀ ਮੈਨੂੰ ਦਿਲ ਘਬਰਾਈ ਜਾਣਾ ਜਿਵੇਂ ਮੇਰਾ। ਹਾਂਜੀ, ਤੇ ਜਿਵੇਂ ਡਰ ਲੱਗੀ ਜਾਂਦਾ, ਅੰਦਰ ਡਰ ਲੱਗੀ ਜਾਂਦਾ, ਐਵੇਂ ਹੋਈ ਜਾਣਾ। ਹਾਂਜੀ, ਹੌਲ ਜਿਵੇਂ ਪੈਂਦੇ। ਹਾਂਜੀ, ਐਵੇਂ ਹੋਈ ਜਾਣਾ। ਤੇ ਬੱਚਿਆਂ ਨਾਲ ਵੀ ਫਿਰ ਬਹੁਤ ਗੁੱਸਾ ਹੋਣ ਲੱਗ ਗਈ। ਫਿਰ ਸਾਰੇ ਮਤਲਬ ਕਿ ਫਿਰ ਮੈਨੂੰ ਆਪਣੇ ਆਪ ਦੀ ਸਮਝ ਨਹੀਂ ਲੱਗਦੀ ਵੀ ਮੈਂ ਕੀ ਕਿਸੇ ਨੂੰ ਬੋਲਤਾ, ਕੋਈ ਮੈਨੂੰ ਕੀ ਕਹਿੰਦਾ ਵਾ, ਮੈਨੂੰ ਕੀ ਜਵਾਬ ਦੇਣਾ ਵਾ, ਕੀ ਨਹੀਂ ਦੇਣਾ। ਮਤਲਬ ਕਿ ਮੈਨੂੰ ਮਤਲਬ ਕਿ ਇੰਨਾ ਜ਼ਿਆਦਾ ਮੇਰੀ ਹਾਲਤ ਖ਼ਰਾਬ ਹੋ ਗਈ, ਬਹੁਤ ਜ਼ਿਆਦਾ ਹੀ ਹੋ ਗਈ। ਹਾਂਜੀ, ਫਿਰ ਮਤਲਬ ਕਿ ਅੰਮ੍ਰਿਤਸਰ ਡਾਕਟਰ ਹੈਗੇ ਸੀ ਜੰਤ ਚਾਵਲਾ, ਫਿਰ ਮੈਨੂੰ ਉਹਨਾਂ ਬਾਰੇ ਦੱਸਿਆ ਕਿਸੇ ਨੇ ਤੇ ਫਿਰ ਮੈਂ ਉਹਨਾਂ ਕੋਲੇ ਵੀ ਦਵਾਈ ਲੈਣ ਗਈ। ਆਪਾਂ ਉਹਨੇ ਦਵਾਈ ਕਿੱਦਾਂ ਇਲਾਜ ਕੀਤਾ? ਜਦੋਂ ਇਹ ਪਰਿਵਾਰ ਦੇ ਵਿੱਚ ਤੁਹਾਨੂੰ ਟੈਨਸ਼ਨ ਹੋ ਗਈ, ਤੁਹਾਨੂੰ ਪ੍ਰੋਬਲਮ ਆ ਗਈ, ਗੁੱਸਾ ਆਉਣ ਲੱਗ ਗਿਆ ਪਰਿਵਾਰ ਦੇ ਵਿੱਚ, ਫਿਰ ਪਰਿਵਾਰ ਦਾ ਜਿਹੜਾ ਮਾਹੌਲ ਆ ਉਹ ਕਿੱਦਾਂ ਦਾ ਹੁੰਦਾ ਸੀ? ਖਾਣਾ ਪੀਣਾ ਕਿੱਦਾਂ ਦਾ ਰਹਿੰਦਾ ਸੀ? ਖਾਣੇ ਪੀਣੇ ਦੇ ਦੌਰਾਨ ਵੀ ਜਿਹੜਾ ਸੀ ਉਹ ਕਲੇਸ਼ ਹੋਣ ਕਰਕੇ ਘਰ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ, ਉਹ ਥੋੜੀ ਡਿਟੇਲ ਦਿਓਗੇ? ਹਾਂਜੀ ਸਰ, ਜਿਵੇਂ ਘਰ ਦਾ ਮਾਹੌਲ ਸਰ ਮੰਨ ਲਓ ਜਿਵੇਂ ਵਿਗੜਦਾ ਹੀ ਜਾਂਦਾ, ਜਿਵੇਂ ਦਿਨੋਂ ਦਿਨ ਫਿਰ ਵੱਧਦਾ ਹੀ ਜਾਂਦਾ ਸੀ। ਫਿਰ ਜਦੋਂ ਅੱਗੋਂ ਬੋਲਣ ਲੱਗ ਜਾਓ ਫਿਰ ਤੁਹਾਨੂੰ ਪਤਾ ਫਿਰ ਅਗਲੇ ਨੂੰ ਗੁੱਸਾ ਲੱਗਦਾ ਵਾ, ਬਰਦਾਸ਼ਤ ਤੋਂ ਬਾਅਦ ਹੋ ਜਾਂਦੀ ਜਦੋਂ ਗੱਲ। ਤੇ ਫਿਰ ਉਹਨਾਂ ਨੇ ਵੀ ਗੁੱਸਾ ਕਰਨਾ ਅੱਗੋਂ ਕਿ ਹੁਣ ਇਹ ਸਾਨੂੰ ਜਵਾਬ ਦੇਣ ਲੱਗ ਗਈ ਅੱਗੋਂ। ਪਹਿਲਾਂ ਆਪਾਂ ਚੁੱਪ ਹੀ ਚੁੱਪ ਅੰਦਰ ਹੀ ਅੰਦਰ ਆਪਣੇ ਮਤਲਬ ਘੁੱਟਦੇ ਰਹੇ, ਤੇ ਫਿਰ ਜਦੋਂ ਅੱਗੋਂ ਜਵਾਬ ਦੇਣ ਲੱਗ ਜਾਓ ਫਿਰ ਕਲੇਸ਼ ਹੋਰ ਵੱਧ ਗਿਆ। ਮੈਂ ਕਲੇਸ਼ ਵਾਲੇ ਪਾਸੇ ਨਹੀਂ ਗੱਲ ਕਰ ਰਿਹਾ, ਮੈਂ ਇਹ ਕਰ ਪਤੀ ਪਤਨੀ ਬੱਚੇ ਤੇ ਖਾਣਾ ਪੀਣਾ ਜਿਹੜਾ ਕਾਰੋਬਾਰ ਪਰਿਵਾਰ ਦੇ ਉਸ ਮਾਹੌਲ ਦੀ ਗੱਲ ਕਰ ਰਿਹਾ।
ਹਾਂਜੀ ਹਾਂਜੀ ਸਰ ਐਵੇਂ ਮਤਲਬ ਕਿ ਬੱਚਿਆਂ ਨਾਲ ਵੀ ਫਿਰ ਜਿਵੇਂ ਗੁੱਸਾ ਆਉਣਾ, ਫਿਰ ਇਹਨਾਂ ਨਾਲ ਵੀ ਗੁੱਸਾ ਆ ਜਾਣਾ, ਮਤਲਬ ਕਿ ਫਿਰ ਕੰਮ ਵੀ ਸਾਰਾ ਕਰਨਾ, ਇਹ ਨਹੀਂ ਵੀ ਕੰਮ ਨਹੀਂ ਕਰਨਾ, ਮਤਲਬ ਕਿ ਫਿਰ ਐਵੇਂ ਜਿਵੇਂ ਟੈਨਸ਼ਨ ਜਿਵੇਂ ਜ਼ਿਆਦਾ, ਮਤਲਬ ਕਿ ਸਿਰ ਨੂੰ ਹੀ ਜ਼ਿਆਦਾ ਕੁਝ ਹੋਈ ਜਾਂਦਾ ਹੁੰਦਾ ਸੀ। ਕੋਈ ਸਮਝ ਨਹੀਂ ਲੱਗਦੀ ਮੈਨੂੰ ਵੀ ਮੈਂ ਮਤਲਬ ਕਿਵੇਂ ਠੀਕ ਹੋਊਂਗੀ ਜਾਂ ਨਹੀਂ ਹੋਊਂਗੀ, ਜਾਂ ਕੀ ਗੱਲ ਕੀ ਬਾਤ, ਮੈਨੂੰ ਕੋਈ ਆਸ ਉਮੀਦ ਨਹੀਂ ਹੈਗੀ ਵੀ ਮੈਂ ਠੀਕ ਹੋ ਜਾਵਾਂਗੀ। ਕਦੇ ਇਦਾਂ ਲੱਗਦਾ ਸੀਗਾ ਕਿ ਕਿਸੇ ਨੂੰ ਕੁਝ ਬੋਲਤਾ, ਜਿਵੇਂ ਬੱਚਿਆਂ ਨੂੰ ਬਹੁਤ ਬੁਰੀ ਤਰ੍ਹਾਂ ਬੋਲਤਾ, ਬਾਅਦ ਵਿੱਚ ਆਪ ਨੂੰ ਰੋਣਾ ਆਇਆ ਵੀ ਮੈਂ ਆਪਣੇ ਬੱਚਿਆਂ ਨਾਲ ਕੀ ਕਰ ਰਹੀ ਹਾਂ, ਕੋਈ ਇਦਾਂ ਦਾ ਮਾਹੌਲ ਹੁੰਦਾ? ਹਾਂਜੀ ਹਾਂਜੀ ਸਰ, ਮਤਲਬ ਕਿ ਜਿਵੇਂ ਬਾਅਦ ਵਿੱਚ ਪਛਤਾਉਣਾ ਕਿ ਮੈਨੂੰ ਨਹੀਂ ਐਵੇਂ ਕਰਨਾ ਚਾਹੀਦਾ, ਨਹੀਂ ਬੋਲਣਾ ਚਾਹੀਦਾ। ਹਾਂਜੀ, ਬਾਅਦ ਵਿੱਚ ਜਿਵੇਂ ਆਪਣੇ ਆਪ ਤੇ ਪਛਤਾਵਾ ਵੀ ਹੁੰਦਾ ਸੀ। ਤੇ ਜਦੋਂ ਇੱਕ ਵਾਰੀ ਤੁਹਾਨੂੰ ਪਤਾ ਜਿਵੇਂ ਗੱਲ ਮੂੰਹੋਂ ਨਿਕਲ ਗਈ ਜਾਂ ਬੱਚਿਆਂ ਨੂੰ ਕੁੱਟ ਲਿਆ ਵਾ, ਤਾਂ ਉਹ ਵਾਪਸ ਤਾਂ ਟਾਈਮ ਨਹੀਂ ਵਾਪਸ ਆਉਂਦਾ। ਹਾਂਜੀ। ਤੇ ਉਸ ਦੌਰਾਨ ਜਦੋਂ ਇਹ ਸਾਰਾ ਮਾਹੌਲ ਚੱਲ ਰਿਹਾ ਸੀਗਾ, ਜਿਹੜੇ ਪਰਿਵਾਰ ਦੇ ਵਿੱਚ ਖਾਣਾ ਪੀਣਾ ਦਾ, ਕੰਮਕਾਰ ਦਾ, ਇਹਦੇ 'ਤੇ ਵੀ ਅਸਰ ਪਿਆ ਇਹਨਾਂ ਚੀਜ਼ਾਂ ਦਾ? ਹਾਂਜੀ ਸਰ, ਅਸਰ ਤਾਂ ਤੁਹਾਨੂੰ ਪਤਾ ਫਿਰ ਸਾਰੇ ਪੈਂਦਾ ਹੀ ਹੈ। ਜਦੋਂ ਮਤਲਬ ਕਿ ਆਪਣੀ ਸਿਹਤ ਹੀ ਨਹੀਂ ਠੀਕ ਤੇ ਆਪਾਂ ਫਿਰ ਅਸਰ ਤਾਂ ਪਊਗਾ ਹੀ, ਸਾਰੇ ਪਾਸੇ ਪਊਗਾ। ਤੁਹਾਡੇ ਹਸਬੈਂਡ ਦਾ ਕਿਸ ਤਰ੍ਹਾਂ ਦਾ ਕੋਆਪਰੇਸ਼ਨ ਰਿਹਾ ਇਸ ਦੌਰਾਨ, ਜਿਹੜਾ ਕਿ ਉਹਨਾਂ ਨੇ ਤੁਹਾਨੂੰ ਸਮਝਿਆ ਇਹਨਾਂ ਚੀਜ਼ਾਂ ਦੀ, ਜਾਂ ਉਹ ਉੱਥੋਂ ਵੀ ਕਿਤੇ ਕੋਈ ਪ੍ਰੋਬਲਮ? ਹਾਂਜੀ, ਉਹਨਾਂ ਨੇ ਮੈਨੂੰ ਸਮਝਿਆ ਵਾ। ਉਹਨਾਂ ਨੇ ਮਤਲਬ ਕਦੀ ਮੇਰੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ। ਹਾਂਜੀ, ਮਤਲਬ ਕਿ ਜੇ ਮੈਂ ਕੁਛ ਕਹਿ ਵੀ ਲਿਆ ਵਾ ਤੇ ਚੁੱਪ ਰਹਿਣਾ, ਉਹਨਾਂ ਨੇ ਕੁਛ ਕਹਿਣਾ ਨਹੀਂ ਅੱਗੋਂ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੂੰ ਮਤਲਬ ਕਿ ਸਟਰੈਸ ਦੇ ਵਿੱਚ ਆ ਤਾਂ ਬੋਲ ਦਿੰਦੀ, ਮੁੜ ਕੇ ਬਾਅਦ ਵਿੱਚ ਪਛਤਾਉਂਦੀ ਵੀ ਆ ਕਿ ਮੈਨੂੰ ਨਹੀਂ ਹੀ ਬੋਲਣਾ ਚਾਹੀਦਾ ਐਵੇਂ। ਹਾਂਜੀ। ਤੇ ਕਦੋਂ ਤੁਹਾਨੂੰ ਲੱਗਿਆ, ਕਦੋਂ ਤੁਹਾਡੇ ਪਰਿਵਾਰ ਨੂੰ ਲੱਗਿਆ ਵੀ ਦਵਾਈ ਲੈਣ ਦੀ ਲੋੜ ਹੈ ਉਹਨਾਂ ਨੂੰ? ਇਹ ਕੋਈ ਨਾਰਮਲ ਗੱਲ ਨਹੀਂ ਹੋ ਰਹੀ, ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਰੀਰ ਦੇ ਅੰਦਰ ਕੋਈ ਪ੍ਰੋਬਲਮ ਆਈ ਹੈ ਉਹਦੇ ਕਰਕੇ ਹੋ ਰਿਹਾ, ਇਹਨੂੰ ਦਵਾਈ ਲੈਣ ਦੀ ਲੋੜ ਹੈ, ਨਾ ਕਿ ਇਹਦੇ ਗੱਲਾਂ ਦਾ ਗੁੱਸਾ ਮੰਨ ਕੇ ਇਹਦੇ ਨਾਲ ਲੜਨ ਦੀ ਲੋੜ ਹੈ? ਕਦੋਂ ਮਹਿਸੂਸ ਹੋਇਆ ਪਰਿਵਾਰ ਨੂੰ? ਮਤਲਬ ਕਿ 7-8 ਸਾਲ ਬਾਅਦ ਮਤਲਬ ਕਿ ਸਾਨੂੰ ਮਹਿਸੂਸ ਹੋਇਆ ਕਿ ਜਿਵੇਂ ਮੈਨੂੰ ਦਵਾਈ ਲੈਣੀ ਚਾਹੀਦੀ ਆ। 7-8 ਸਾਲ ਇਹ ਜਿਹੜਾ ਆ ਸਾਰਾ ਕੁਝ ਸਰੀਰ 'ਚ ਚੱਲਦਾ ਰਿਹਾ, ਬਦਲਾਅ ਆਉਂਦੇ ਗਏ, ਡਿਪਰੈਸ਼ਨ ਹੁੰਦਾ ਰਿਹਾ? ਹਾਂਜੀ ਹਾਂਜੀ 7-8 ਸਾਲ ਐਵੇਂ ਹੀ ਚੱਲਦਾ ਰਿਹਾ। ਫਿਰ ਮਤਲਬ ਕਿ ਦਵਾਈ ਵੱਲੇ ਚੱਲੀ ਕਿ ਮੇਰੇ ਸਿਰ ਨੂੰ ਹੁਣ ਕੁਛ ਹੁੰਦਾ ਹੈ, ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਸਾਰਾ ਦਿਨ ਜਿਵੇਂ ਸੋਚਦੀ ਰਹਿੰਦੀ ਕੁਛ ਨਾ ਕੁਛ, ਦਿਮਾਗ ਚੱਲੀ ਜਾਂਦਾ ਐਵੇਂ ਕਿਉਂ ਹੁੰਦਾ ਮੈਨੂੰ। ਤੇ ਮਤਲਬ ਕਿ ਫਿਰ ਐਵੇਂ ਦਵਾਈ ਵਾਲੇ ਪਾਸੇ ਫਿਰ ਤੁਰੇ ਆਪਾਂ। ਜਦੋਂ ਤੁਹਾਨੂੰ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ, ਝਗੜਾ ਲੜਾਈ ਹੋਰ ਹੁੰਦਾ ਸੀਗਾ, ਸਰੀਰ 'ਚ ਕੁਝ ਹੋਰ ਵੀ ਬਦਲਾਅ ਆਏ ਉਸ ਟਾਈਮ? ਸਰੀਰ ਕੁਝ ਹੋਰ ਵੀ ਬਿਮਾਰ ਹੋਇਆ ਸਰੀਰ ਹੋਰ ਕਿਸ ਤਰੀਕੇ ਨਾਲ? ਕਿਉਂਕਿ ਜਦੋਂ ਇੱਕ ਬਿਮਾਰੀ 4 ਬਿਮਾਰੀਆਂ ਹੋਰਾਂ ਨੂੰ ਲੈ ਕੇ ਆਉਂਦੀ, ਕੁਝ ਸਰੀਰ 'ਚ ਹੋਰ ਵੀ ਬਦਲਾਅ ਆਏ? ਐਵੇਂ ਸਰ ਜਿਵੇਂ ਸਰੀਰ ਨੂੰ ਟੁੱਟ ਭੱਜ ਰਹਿਣ ਲੱਗ ਜਾਣੀ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਨਾ, ਕਿ ਲੱਤਾਂ ਪੀੜ ਕਰਨ ਲੱਗ ਜਾਣੀਆਂ, ਬਾਹਾਂ ਪੀੜ ਕਰਨ, ਜਿਵੇਂ ਬੁਖਾਰ ਚੜਿਆ ਹੁੰਦਾ, ਜੇ ਕਰਨਾ ਵੀ ਪਈ ਰਵਾਂ, ਕੋਈ ਕੰਮ ਨਾ ਕਰਾਂ। ਹਾਂਜੀ, ਸਿਰ ਪੀੜ ਹੁੰਦਾ ਰਹਿਣਾ। ਹਾਂਜੀ ਸਰ, ਮੈਂ ਮਤਲਬ ਕਿ ਸਾਰਾ ਦਿਨ ਜਿਵੇਂ ਦਿਹਾੜੀਆਂ 2, ਹੁਣ ਤੇ ਮੈਂ ਮਤਲਬ ਕਿ ਇੰਨੀ ਮੇਰੀ ਪ੍ਰੋਬਲਮ ਵੱਧ ਗਈ ਸੀ ਕਿ ਸਵੇਰੇ ਇੱਕ ਗੋਲੀ ਖਾਣੀ ਉੱਠ ਕੇ, ਇੱਕ ਸ਼ਾਮ ਨੂੰ ਖਾਣੀ, 2 ਸਿਰ ਦਰਦ ਦੀਆਂ ਗੋਲੀਆਂ ਰੋਜ਼ ਦੀਆਂ ਖਾਣੀਆਂ ਹੀ ਖਾਣੀਆਂ। ਅੱਛਾ, ਫਿਰ ਜਦੋਂ ਫਿਰ ਵੀ ਨਹੀਂ ਮੈਨੂੰ ਫਰਕ ਪੈਂਦਾ, ਮਤਲਬ ਕਿ ਨੀਂਦ ਫਿਰ ਵੀ ਨਹੀਂ ਮੈਨੂੰ ਆਉਂਦੀ। ਥੋੜਾ ਚਿਰ ਸ਼ਾਂਤੀ, ਜਿਵੇਂ ਗੋਲੀ ਦਾ ਅਸਰ ਰਹਿੰਦਾ ਸੀ, ਸ਼ਾਂਤੀ ਜੀ ਰਹਿੰਦੀ ਸੀ, ਫਿਰ ਉਸ ਤੋਂ ਬਾਅਦ ਉਵੇਂ ਹੀ ਹੋਣ ਲੱਗ ਜਾਂਦਾ ਸੀ। ਮੈਂ ਉੱਥੇ ਆ ਰਿਹਾ ਕਿ ਜਦੋਂ ਤੁਸੀਂ ਜਦੋਂ ਇਹ ਮਾਹੌਲ ਸਾਰਾ ਹੋ ਗਿਆ, ਮਾਹੌਲ ਤੋਂ ਬਾਅਦ ਤੁਸੀਂ ਥੋੜਾ ਦੱਸੋਗੇ ਕਿ ਇਹ ਵੀ ਕਦੋਂ ਤੁਹਾਨੂੰ ਪਰਿਵਾਰ ਕਿਹਨੇ ਸਲਾਹ ਦਿੱਤੀ ਵੀ ਤੁਹਾਨੂੰ ਦਵਾਈ ਲੈਣ ਦੀ? ਕਿ ਤੁਸੀਂ ਆਪ ਕਿਹਾ ਵੀ ਮੈਨੂੰ ਦਵਾਈ ਦਵਾਓ, ਤੇ ਕਿੱਥੇ ਗਏ ਫਿਰ ਤੁਸੀਂ ਉਦੋਂ? ਸਰ ਮੈਂ ਆਪ ਹੀ ਕਿਹਾ ਸੀ ਘਰਦਿਆਂ ਨੂੰ ਕਿ ਮੈਂ ਮਤਲਬ ਕਿ ਫਿਰ ਮੈਨੂੰ ਜਿਵੇਂ ਗਵਾਂਢੀਆਂ ਨੇ ਲਾਗੋਂ ਦੱਸਿਆ ਕਿ ਜਿਵੇਂ ਅੰਮ੍ਰਿਤਸਰ ਡਾਕਟਰ ਇੱਕ ਸਿਆਣਾ ਵਾ, ਜਿਵੇਂ ਉਹਨਾਂ ਦੇ ਵੀ ਪਰਿਵਾਰ ਦੇ ਵਿੱਚ ਐਵੇਂ ਮਤਲਬ ਕਿ ਪ੍ਰੋਬਲਮ ਹੋਈ ਸੀ, ਤੇ ਕਹਿੰਦੇ ਉਹਨਾਂ ਨੂੰ ਵੀ ਮਤਲਬ ਕਿ ਉੱਥੋਂ ਫਰਕ ਪੈ ਗਿਆ, ਅੰਮ੍ਰਿਤਸਰ ਤੋਂ ਦਵਾਈ ਲੈ ਕੇ ਵੇਖ ਲੈ। ਫਿਰ ਮੈਂ ਉੱਥੋਂ ਮਤਲਬ ਕਿ ਟੈਸਟ ਵੀ ਕਰਵਾਇਆ ਇੱਕ, ਮਤਲਬ ਕਿ ਆਪਦਾ ਨੈਕ ਦਾ ਵੀ। ਤੇ ਹਾਂਜੀ ਹਾਂਜੀ, ਵੀ ਜਿਵੇਂ ਕੋਈ ਮਣਕੇ ਵਗੈਰਾ ਨਾ ਹਿੱਲੇ ਹੋਣ, ਜਾਂ ਕਿ ਜਿਹੜੀ ਮੇਰੀ ਧੌਣ ਇੰਨੀ ਪੀੜ ਕਰਦੀ ਆ, ਤੇ ਉਹ ਵੀ ਮਤਲਬ ਕਿ ਠੀਕ ਆਏ ਸੀ ਟੈਸਟਾਂ ਵਿੱਚ ਵੀ, ਕੁਛ ਜ਼ਿਆਦਾ ਨੁਕਸ ਨਹੀਂ ਆਇਆ ਮੈਨੂੰ। ਹਾਂਜੀ, ਤੇ ਫਿਰ ਮੈਂ ਮਤਲਬ ਕਿ ਸਿਰ ਵਾਲੇ ਡਾਕਟਰ ਨੂੰ ਮੈਂ ਕਿਹਾ ਕਿ ਹੁਣ ਮੈਂ ਪਾਸਿਓਂ ਵੀ ਜਿਵੇਂ ਸਟੋਰ ਤੋਂ ਮੈਡੀਕਲ ਤੋਂ ਦਵਾਈ ਲੈ ਆਓ, ਕਿਸੇ ਤੋਂ ਖਾ ਲਓ, ਹੈ ਨਾ। 2-4 ਦਿਨ ਲੰਘ ਗਏ। ਫਿਰ ਮਤਲਬ ਕਿ ਤੁਸੀਂ ਕੈਮਿਸਟਾਂ ਤੋਂ ਆਪ ਹੀ ਦਵਾਈ ਲੈਂਦੇ ਸੀ, ਆਪ ਹੀ ਖਾ ਲੈਂਦੇ ਸੀ, ਤੇ ਉਹ ਮਤਲਬ ਆਪ ਹੀ ਡਾਕਟਰ ਬਣ ਗਏ ਉਸ ਟਾਈਮ? ਹਾਂਜੀ ਹਾਂਜੀ, ਆਪ ਹੀ ਦਵਾਈ ਲੈ ਆਉਣੀ, ਆਪ ਹੀ ਐਵੇਂ ਖਾ ਲੈਣੀ। ਤੇ ਫਿਰ ਮਤਲਬ ਕਿ ਐਵੇਂ ਦੱਸਿਆ ਸਪੈਸ਼ਲ ਡਾਕਟਰ ਬਾਰੇ ਉੱਥੇ ਅੰਮ੍ਰਿਤਸਰ, ਤੇ ਉਹ ਸਿਰ ਦੇ ਸਪੈਸ਼ਲ ਸੀ। ਤੇ ਫਿਰ ਉਹਨਾਂ ਕੋਲੋਂ ਮਤਲਬ ਕਿ ਮੇਰੀ ਦਵਾਈ ਚੱਲਦੀ ਰਹੀ ਕਾਫੀ, 2-3 ਸਾਲ ਹੀ ਮਤਲਬ ਕਿ ਦਵਾਈ ਖਾਧੀ ਉਹਨਾਂ ਕੋਲੋਂ ਮੈਂ। ਕੀ ਦੱਸਿਆ ਜਦੋਂ ਤੁਸੀਂ ਗਏ ਸੀ ਉਹਨਾਂ ਕੋਲ? ਕੀ ਦੱਸਿਆ ਉਹਨਾਂ ਨੇ? ਮੈਂ ਉਹਨਾਂ ਨੂੰ ਆਪਣੀ ਪ੍ਰੋਬਲਮ ਹੀ ਦੱਸੀ। ਉਹ ਕਹਿੰਦੇ ਨੇ ਤੁਹਾਨੂੰ ਡਿਪਰੈਸ਼ਨ ਹੈ ਤੁਹਾਨੂੰ, ਤੇ ਮਤਲਬ ਕਿ ਤੁਸੀਂ ਸੋਚਿਆ ਨਾ ਕਰੋ ਜ਼ਿਆਦਾ, ਵੀ ਆਪਣੇ ਆਪ ਨੂੰ ਖੁਸ਼ ਰੱਖਿਆ ਕਰੋ। ਤੇ ਬਸ ਐਵੇਂ ਹੀ ਉਹਨਾਂ ਨੇ ਫਿਰ ਮੈਨੂੰ ਦਵਾਈ ਦੇ ਦਿੱਤੀ ਲਿਖ ਕੇ। ਹੋਰ ਕੁਝ? ਕਿੰਨੀ ਦਵਾਈ ਦਿੱਤੀ ਸੀ, ਕਿੰਨੀਆਂ ਗੋਲੀਆਂ ਦਿੱਤੀ ਸੀ, ਕਦੋਂ ਖਾਣੀਆਂ ਹੁੰਦੀਆਂ? ਸਰ 3 ਟਾਈਮ ਦਵਾਈ ਖਾਈ ਦੀ ਸੀ, ਜਿਵੇਂ ਸਵੇਰੇ, ਦੁਪਹਿਰੇ, ਸ਼ਾਮ ਨੂੰ,
ਰਾਤ ਨੂੰ ਸੌਣ ਲੱਗਿਆ ਮਤਲਬ ਇੱਕ ਗੋਲੀ ਵੱਖਰੀ ਸੀ ਜਿਹੜੀ ਉਹ ਰਾਤ ਨੂੰ ਖਾਈ ਦੀ ਸੀ। ਹਾਂਜੀ। ਤੇ ਕੀ ਅਸਰ ਹੁੰਦਾ ਸੀ ਉਹ ਦਵਾਈ ਦਾ, ਕੀ ਅਸਰ ਹੁੰਦਾ ਸੀ? ਦਵਾਈ ਨਾਲ ਸਰ ਜਿਵੇਂ ਹੌਲੀ ਹੌਲੀ ਜਿਵੇਂ ਇੰਝ ਲੱਗਾ ਜਿਵੇਂ ਕਿ ਸਿਰ ਜਿਵੇਂ ਸੁੰਨ ਜਿਹਾ ਜਿਵੇਂ ਹੋ ਗਿਆ ਹੁੰਦਾ ਵਾ, ਜਿਵੇਂ ਥੋੜੀ ਸ਼ਾਂਤੀ ਜੀ ਜਿਵੇਂ ਮਿਲ ਗਈ ਹੁੰਦੀ ਆ, ਨੀਂਦ ਆਉਣ ਲੱਗ ਗਈ ਥੋੜੀ। ਤੇ ਜਿਵੇਂ ਦਵਾਈ ਛੱਡਣ ਤੋਂ ਬਾਅਦ ਮੁੜ ਕੇ ਫੇਰ ਹੀ ਉਹੀ ਹਾਲ ਹੋ ਗਿਆ ਸੀ। ਹਾਂਜੀ, ਜਿੰਨੇ ਚਿਰ ਲਗਾਤਾਰ ਦਵਾਈ ਖਾਂਦੀ ਰਹੀ ਉਨ ਚਿਰ ਠੀਕ ਰਹੀ। ਉਸ ਤੋਂ ਬਾਅਦ ਫਿਰ ਉਵੇਂ ਹੀ ਮਤਲਬ ਕਿ ਉਹੀ ਪ੍ਰੋਬਲਮ ਫੇਰ ਹੋ ਗਈ, ਫਿਰ ਐਵੇਂ ਗੁੱਸਾ ਆਉਣ ਲੱਗ ਗਿਆ, ਫਿਰ ਨੀਂਦ ਨਹੀਂ ਆਉਣੀ, ਫਿਰ ਬੇਚੈਨੀ ਸਰੀਰ ਨੂੰ। ਇੱਕ ਟਾਈਮ ਐਸਾ ਆ ਗਿਆ ਕਿ ਜਦੋਂ ਦਵਾਈ ਵੀ ਲੈਂਦੇ ਰਹੇ ਸੀ ਤਾਂ ਵੀ ਨੀਂਦ ਨਹੀਂ ਆਉਂਦੀ? ਹਾਂਜੀ ਹਾਂਜੀ, ਮਤਲਬ ਕਿ ਐਵੇਂ ਦਾ ਵੀ ਮਤਲਬ ਕਿ ਟਾਈਮ ਹੈਗਾ ਸੀ ਜਿੱਥੇ ਦਵਾਈ ਵੀ ਲਈਦੀ ਤੇ ਨੀਂਦ ਵੀ ਨਹੀਂ ਸੀ ਆਉਂਦੀ, ਫਿਰ ਵੀ ਨਹੀਂ ਸੀ ਆਉਂਦੀ। ਹਾਂਜੀ, ਫਿਰ ਮੈਂ ਦਵਾਈ ਛੱਡ ਦਿੱਤੀ। ਫਿਰ ਮੈਂ ਕਿਹਾ ਮੈਨੂੰ ਦਵਾਈ ਖਾਣ ਦੇ ਨਾਲ ਵੀ ਜੇ ਫਿਰ ਮੇਰਾ ਇਹੀ ਹਾਲ ਰਹਿਣਾ ਵਾ ਤੇ ਫਿਰ ਮੈਂ ਦਵਾਈ ਖਾਣ ਦਾ ਵੀ ਮੇਰਾ ਕੀ ਫਾਇਦਾ ਵਾ। ਇੱਕ ਵਾਰੀ ਮਤਲਬ ਕਿ ਮੈਂ ਐਵੇਂ ਅੰਮ੍ਰਿਤਸਰ ਇਕੱਲੀ ਦਵਾਈ ਲੈਣ ਚਲੇ ਗਈ, ਮੈਨੂੰ ਮਤਲਬ ਕਿ ਰਸਤਾ ਭੁੱਲ ਗਈ ਮੈਂ, ਵੀ ਸਮਝ ਨਾ ਲੱਗੇ ਕਿੱਧਰ ਨੂੰ ਜਾਣਾ ਵਾ ਕਿੱਧਰ ਨੂੰ ਨਹੀਂ ਜਾਣਾ। ਬਿਨਾਂ ਦਵਾਈ ਲੈ ਤੋਂ ਹੀ ਫਿਰ ਮੈਂ ਘਰੇ ਆ ਗਈ। ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਇੱਥੋਂ ਆਟੋ 'ਤੇ ਬੈਠ ਜਾਓ ਅਤੇ ਤੁਹਾਨੂੰ ਬੱਸ ਸਟੈਂਡ ਉਤਾਰ ਦੇਣਗੇ, ਫਿਰ ਬੱਸ ਸਟੈਂਡ ਤੋਂ ਤੁਹਾਨੂੰ ਬੱਸ ਮਿਲੂਗੀ ਮਖੂ ਦੀ। ਹਾਂਜੀ। ਤੇ ਫਿਰ ਤੁਹਾਨੂੰ ਲੱਗਿਆ ਕਿ ਜ਼ਿਆਦਾ ਪ੍ਰੋਬਲਮ ਆ ਚੁੱਕੀ ਹੈ? ਪਰਿਵਾਰ ਨੂੰ ਦੱਸੀ ਤੁਸੀਂ ਸਾਰੀ ਗੱਲ ਵੀ ਇੱਦਾਂ ਮੇਰੇ ਨਾਲ ਹੋਇਆ ਕੁਛ? ਹਾਂਜੀ ਹਾਂਜੀ ਸਰ, ਘਰੇ ਆਣ ਕੇ ਫਿਰ ਮੈਂ ਬਹੁਤ ਰੋਈ ਨਾਲੇ, ਕਿ ਮੈਂ ਇਕੱਲੀ ਗਈ ਅੱਜ ਤੇ ਵੀ ਮੈਨੂੰ ਕੋਈ ਸਮਝ ਨਹੀਂ ਲੱਗੀ। ਤੇ ਜੇ ਮਤਲਬ ਕਿ ਮੇਰੇ ਨਾਲ ਕੁਛ ਬਣ ਜਾਂਦਾ ਤਾਂ ਮੈਂ ਕਮਲਿਆਂ ਵਾਂਗੂ ਬਾਜ਼ਾਰ ਦੇ ਵਿੱਚ ਫਿਰਦੀ ਰਹੀ ਹਾਂ। ਤੇ ਵੀ ਮੈਂ ਵਾਪਸ ਆ ਗਈ, ਹੁਣ ਮੇਰੇ ਤੋਂ ਦਵਾਈ ਨਹੀਂ ਮੈਨੂੰ ਮਤਲਬ ਕਿ ਮੈਂ ਲੈਣ ਗਈ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਦੀ ਮੈਨੂੰ ਇਕੱਲਿਆਂ ਨੂੰ ਭੇਜਿਆ ਨਹੀਂ, ਮੇਰੇ ਨਾਲ ਜਾਂਦੇ ਰਹੇ ਦਵਾਈ ਲੈਣ। ਹਾਂਜੀ। ਤੇ ਫਿਰ ਉਹ ਦਵਾਈ ਕਿੰਨੀ ਦੇਰ ਖਾਧੀ ਤੇ ਕਦੋਂ ਲੱਗਿਆ ਵੀ ਇਹ ਦਵਾਈ ਨਾਲ ਤਾਂ ਕੋਈ ਫਰਕ ਨਹੀਂ ਪੈ ਰਿਹਾ ਤੇ ਕੁਛ ਹੋਰ ਪਾਸੇ ਮੁੜਿਆ ਜਾਵੇ? ਉਹ ਸਰ ਦਵਾਈ ਜਿਵੇਂ ਮੰਨ ਲਓ 1 ਮਹੀਨੇ ਦੀ ਲੈ ਆਈਦੀ ਸੀ, ਕਦੀ 15 ਦਿਨ ਦੀ ਲੈ ਆਉਣੀ, ਕਦੀ ਮਹੀਨੇ ਦੀ ਲੈ ਆਉਣੀ। ਵੀ ਦੂਰ ਜਾਣਾ ਦਵਾਈ ਤਾਂ ਉਹੀ ਦਿੰਦੇ ਸੀ, ਕੋਈ ਬਦਲ ਕੇ ਚੇਂਜ ਕਰਕੇ ਤੇ ਕੁਛ ਦਿੰਦੇ ਨਹੀਂ ਸੀ। ਤੇ ਵੀ ਉਹੀ ਪਰਚੀ ਵਿਖਾਣੀ ਤੇ ਦਵਾਈ ਲੈ ਆਉਣੀ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਮਤਲਬ ਕਿ ਨਜ਼ਰੀਆ ਥੋੜ੍ਹਾ ਬਦਲੋ, ਤੁਸੀਂ ਜਿੰਨ ਚਿਰ ਸੋਚੀ ਜਾਓਗੇ ਟੈਨਸ਼ਨ ਲਈ ਜਾਓਗੇ ਫਿਰ ਤੁਹਾਨੂੰ ਐਵੇਂ ਹੀ ਦਵਾਈਆਂ ਖਾਣੀਆਂ ਪੈਣਗੀਆਂ। ਜੇ ਤੁਸੀਂ ਮਤਲਬ ਕਿ ਸੋਚਣਾ ਛੱਡੋਗੇ ਤਾਂ ਫੇਰ ਹੀ ਤੁਹਾਡੀਆਂ ਦਵਾਈਆਂ ਤੁਹਾਡੇ ਮਗਰੋਂ ਲੈਣਗੀਆਂ। ਮੈਂ ਉਹਨਾਂ ਨੂੰ ਇਹ ਪੁੱਛਦੀ ਸੀ ਵੀ ਮੈਂ ਮਤਲਬ ਕਿ ਦਵਾਈ ਕਿੰਨਾ ਕੁ ਚਿਰ ਮੈਨੂੰ ਖਾਣੀ ਪਵੇਗੀ? ਕਹਿੰਦੇ ਜਿੰਨਾ ਚਿਰ ਤੁਸੀਂ ਸੋਚਣੋਂ ਨਹੀਂ ਹਟੋਗੇ। ਅੱਛਾ, ਇੱਕ ਚੀਜ਼ ਮੈਨੂੰ ਦੱਸੋ ਕਿ ਤੁਹਾਨੂੰ ਡਿਪਰੈਸ਼ਨ ਹੋਇਆ, ਤੁਹਾਡੇ ਜਿਹੜੇ ਬੱਚੇ ਜਦੋਂ ਬੱਚਿਆਂ ਨੇ ਆਪਣੀ ਜਨਮ ਲਿਆ ਸੀਗਾ ਉਹ ਉਹਨਾਂ ਦੀ ਡਿਲੀਵਰੀ ਜਿਹੜੀ ਸੀ ਨੋਰਮਲ ਹੋਈ ਸੀ, ਆਪਰੇਸ਼ਨ ਕਰਕੇ ਹੋਈ ਸੀ? ਨੋਰਮਲ ਸੀ ਸਰ। ਤੇ ਕਿਹਾ ਇਹ ਜਾਂਦਾ ਹੈ, ਇਹ ਸਵਾਲ ਇਸ ਕਰਕੇ ਪੁੱਛਿਆ ਦਰਸ਼ਕਾਂ ਦੀ ਜਾਣਕਾਰੀ ਦੱਸਦਾ ਕਿ ਜਿਹੜਾ ਇਹ ਸਵਾਲ ਹੈ ਕਿਤੇ ਕਿ ਆਪਰੇਸ਼ਨ ਤੋਂ ਬਾਅਦ ਜਿਹੜੀਆਂ ਇਸ ਤਰ੍ਹਾਂ ਦੀਆਂ ਕੰਪਲਿਕੇਸ਼ਨਸ ਆਉਂਦੀਆਂ ਨੇ, ਕਿਉਂਕਿ ਜਦੋਂ ਬੱਚੇ ਪੈਦਾ ਹੁੰਦੇ ਨੇ ਤਾਂ ਉਦੋਂ ਹਾਰਮੋਨਲ ਚੇਂਜਸ ਆਉਂਦੇ ਨੇ ਬੋਡੀ ਦੇ ਅੰਦਰ, ਤਾਂ ਉਦੋਂ ਬਾਅਦ ਜਦੋਂ ਆਪਰੇਸ਼ਨ ਹੁੰਦਾ ਤਾਂ ਫਿਰ ਉਸ ਤਰ੍ਹਾਂ ਉਸ ਤੋਂ ਬਾਅਦ ਦੀਆਂ ਜਿਹੜੀਆਂ ਕੰਪਲਿਕੇਸ਼ਨਸ ਨੇ ਆਉਂਦੀਆਂ ਨੇ। ਸਵਾਲ ਪੁੱਛਣ ਦਾ ਮਕਸਦ ਇਹ ਸੀਗਾ ਕਿ ਉਹ ਤਾਂ ਨਹੀਂ ਕੋਈ ਇਹਦੇ ਪਿੱਛੇ ਦਾ ਕਾਰਨ? ਨੋ ਸਰ, ਮਤਲਬ ਕਿ ਬੱਚੇ ਮੇਰੇ ਨੋਰਮਲ ਹੀ ਹੋਏ ਦੋਨੋਂ, ਆਪਰੇਸ਼ਨ ਨਹੀਂ ਹੋਇਆ ਕੋਈ ਵੀ। ਤੇ ਜਦੋਂ ਇਹ ਸਾਰਾ ਕੁਝ ਹੋ ਗਿਆ, ਦਵਾਈ ਵੀ ਲਈ, ਦਵਾਈ ਨਾਲ ਵੀ ਕੋਈ ਆਰਾਮ ਨਹੀਂ ਆਇਆ, 5-6 ਮਹੀਨੇ ਦਵਾਈ ਵੀ ਖਾਧੀ, ਫਿਰ ਹਾਰ ਕੇ ਇੱਕ ਵਾਰੀ ਛੱਡਤਾ? ਹਾਂਜੀ, ਫਿਰ ਛੱਡ ਦਿੱਤੀ ਦਵਾਈ। ਫਿਰ ਮਤਲਬ ਕਿ ਬਹੁਤ ਜ਼ਿਆਦਾ ਫਿਰ ਮਤਲਬ ਕਿ ਉਹੀ ਪ੍ਰੋਬਲਮ ਹੋ ਗਈ, ਫਿਰ ਨੀਂਦ ਨਹੀਂ ਆਣੀ, ਵੀ ਬੇਚੈਨੀ ਸਰੀਰ ਨੂੰ ਹੋਈ ਜਾਣੀ ਹੈ, ਸਿਰ ਨੂੰ ਕੁਛ ਹੋਈ ਜਾਣਾ, ਕੰਮ ਵੀ ਕਰੀ ਜਾਣਾ, ਖਿਜੀ ਵੀ ਜਾਣਾ, ਗੁੱਸਾ ਵੀ ਚੜੀ ਜਾਣਾ। ਤੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਹਾਲਤ ਮੇਰੀ ਹੁਣ ਖਰਾਬ ਹੋ ਗਈ ਸੀ। ਮਨ 'ਚ ਵਿਚਾਰ ਕਿਸ ਤਰ੍ਹਾਂ ਦੇ ਆਉਂਦੇ ਸੀ ਵੀ ਕੋਈ ਫਾਇਦਾ ਨਹੀਂ ਜਿਉਣ ਦਾ, ਇਸ ਤਰ੍ਹਾਂ ਦੇ ਵੀ ਆਉਂਦੇ ਸੀ? ਹਾਂਜੀ ਹਾਂਜੀ ਸਰ, ਐਵੇਂ ਦੇ ਵੀ ਬਹੁਤ ਖਿਆਲ ਆਉਂਦੇ ਸੀ ਵੀ ਮਤਲਬ ਇਹਦੇ ਤੋਂ ਬੰਦਾ ਖਤਮ ਹੀ ਹੋ ਜਾਏ, ਮਾਰੀ ਜਾਵੇ ਤਾਂ ਹੀ ਚੰਗਾ ਵਾ। ਵੀ ਕੰਮ ਵੀ ਸਾਰਾ ਦਿਨ ਕਰਨਾ ਵਾ, ਫਿਰ ਨੀਂਦ ਵੀ ਨਹੀਂ ਆਣੀ, ਡਿਪਰੈਸ਼ਨ ਵੀ, ਸਿਰ ਨੂੰ ਵੀ ਕੁਛ ਹੋਈ ਜਾਣਾ ਵਾ। ਤੇ ਮਤਲਬ ਕਿ ਬਹੁਤ ਹੀ ਟੈਨਸ਼ਨ ਦੇ ਵਿੱਚ ਰਹਿੰਦੀ ਸੀ ਮੈਂ, ਸਾਰਾ ਦਿਨ ਆਪਣੇ ਆਪ ਹੀ ਬਾਰੇ ਸੋਚਦੀ ਰਹਿੰਦੀ ਸੀ ਕਿ ਮੇਰੇ ਸਿਰ ਨੂੰ ਕਦੋਂ ਰਮਾਨ ਆਊਗਾ, ਮੇਰੀ ਪ੍ਰੋਬਲਮ ਦਾ ਕਿਵੇਂ ਹੱਲ ਹੋਊਗਾ, ਕਿੱਥੋਂ ਡਾਕਟਰ ਮਿਲੇਗਾ ਜਿਹਨੂੰ ਸਾਰੀ ਸਮਝ ਮਤਲਬ ਕਿ ਮੇਰੇ ਐਵੇਂ ਦੱਸਿਆ ਉਹਨਾਂ ਨੂੰ ਪਤਾ ਲੱਗ ਜਾਏ ਕਿ ਮੈਨੂੰ ਪ੍ਰੋਬਲਮ ਕੀ ਆ। ਫਿਰ ਕਿਸੇ ਨੂੰ ਸਮਝ ਆਈ ਕਿ ਕੋਈ ਡਾਕਟਰ ਨੂੰ ਮਿਲੇ ਤੁਸੀਂ? ਕਿਹਨੇ ਦੱਸਿਆ, ਕਿਵੇਂ ਮਿਲੇ, ਕਿੱਦਾਂ ਗਏ? ਮਤਲਬ ਕਿ ਫਿਰ ਮਤਲਬ ਕਿ ਵੀਰ ਜੀ ਹੋਣੀ ਇੱਥੇ ਹੈਗੇ ਆ ਸਭਰਾਵਾਂ ਤੋਂ ਆ, ਤੇ ਮੁਖਤਿਆਰ ਵੀਰ ਜੀ ਤੇ ਰਣਜੀਤ ਵੀਰ ਜੀ, ਉਹਨਾਂ ਨੇ ਮਤਲਬ ਕਿ ਮੈਨੂੰ ਦੱਸਿਆ ਕਿ ਤੁਸੀਂ ਐਵੇਂ ਦਵਾਈ, ਡਾਕਟਰ ਭੁੱਲਰ ਹੈਗੇ ਆ ਇੱਥੇ ਮੋਗੇ, ਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੈਗੇ, ਤੁਸੀਂ ਉਹਨਾਂ ਨੂੰ ਇੱਕ ਵਾਰੀ ਮਿਲ ਕੇ ਤੇ ਉੱਥੋਂ ਦਵਾਈ ਲਓ, ਤੁਹਾਨੂੰ ਫਰਕ ਪੈ ਜਾਏਗਾ। ਤੇ ਮੈਂ ਕਿਹਾ ਤੁਹਾਨੂੰ ਕਿਵੇਂ ਯਕੀਨ ਹੈਗਾ ਕਿ ਹਾਂ ਮੈਨੂੰ ਉੱਥੋਂ ਰਮਾਨ ਆ ਜਾਏਗਾ? ਮੈਂ ਬਹੁਤ ਦਵਾਈਆਂ ਖਾਧੀਆਂ ਵਾ, ਮੈਨੂੰ ਕਿਤੇ ਰਮਾਨ ਨਹੀਂ ਆਇਆ। ਤੇ ਕਹਿੰਦੇ ਨਹੀਂ, ਤੁਸੀਂ ਬਿਲਕੁਲ ਠੀਕ ਹੋ ਜਾਣਾ ਵਾ, ਤੁਸੀਂ ਇੱਕ ਵਾਰੀ ਉੱਥੋਂ ਮਤਲਬ ਕਿ ਜਾਓ, ਉਹਨਾਂ ਨੂੰ ਮਿਲੋ, ਦਵਾਈ ਲੈ ਕੇ ਆਓ ਤੁਸੀਂ। ਫਿਰ ਮੈਂ ਉਹਨਾਂ ਦੇ ਕਹਿਣ 'ਤੇ ਫਿਰ ਮੈਂ ਇੱਥੇ ਆਈ ਮੋਗੇ ਹੌਸਪੀਟਲ, ਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਨੂੰ ਸਾਰਾ ਕੁਛ ਆਪਣੇ ਮਤਲਬ ਕਿ ਦੱਸਿਆ ਲਾਈਫ ਬਾਰੇ। ਤੇ ਫਿਰ ਉਹਨਾਂ ਨੇ ਮੈਡੀਸਨ ਦਿੱਤੀ ਮੈਨੂੰ, ਮਤਲਬ ਕਿ ਫਿਰ ਮੈਨੂੰ 4-5 ਦਿਨਾਂ ਦੇ ਵਿੱਚ ਹੀ ਮੈਨੂੰ ਫਰਕ ਲੱਗਣ ਲੱਗ ਗਿਆ ਕਿ ਜਿਵੇਂ ਮੈਨੂੰ ਹੁਣ ਕੁਛ ਫਰਕ ਆ। ਕੀ ਦਿੱਤਾ ਸੀਗਾ ਉਹਨਾਂ ਨੇ? ਉਹਨਾਂ ਨੇ ਮਤਲਬ ਕਿ
ਦਵਾਈ ਸੀ ਜਿਵੇਂ ਡ੍ਰੌਪਸ ਵਾਲੀ ਸੀ, ਬੂੰਦਾਂ ਪਾ ਕੇ ਉਹ 3 ਟਾਈਮ ਪੀਣੀ ਸੀ। ਹਾਂਜੀ, ਗਰਮ ਪਾਣੀ ਦੇ ਵਿੱਚ। ਤੇ ਕੋਈ ਹੋਰ ਚੀਜ਼ਾਂ ਵੀ ਦਿੱਤੀਆਂ ਸੀ ਨਾਲ? ਹੋਰ ਉਹਨਾਂ ਨੇ ਕਿਹਾ ਸੀ ਕਿ ਜਿਵੇਂ ਇੱਕ ਤੁਲਸੀ ਕਿਹਾ ਸੀ, AMD ਕਿਹਾ ਸੀ ਕਿ ਉਹ 2 ਟਾਈਮ ਉਹ ਖਾਂਦੀ ਰਹੀ, ਪੀਂਦੀ ਰਹੀ ਮੈਂ। ਹਾਂਜੀ। ਅਹ ਪਹਿਲਾਂ ਵਾਲੇ ਹਾਲਾਤ ਤੇ ਜਦੋਂ ਜੋ ਦਵਾਈ ਲੈਂਦੇ ਗਏ ਕਿੱਦਾਂ ਬਦਲਾਅ ਆਉਂਦਾ ਰਿਹਾ ਸਰੀਰ 'ਚ? ਹੁਣ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਜਿਵੇਂ ਕਿੱਥੇ ਕੋਈ ਕੰਮ ਹੋਈ ਜਾਂਦਾ ਵਾ, ਕਿੱਥੇ ਕੋਈ ਮਤਲਬ ਕੋਈ ਐਵੇਂ ਦਾ ਕੋਈ ਨਾ ਲੜਾਈ ਝਗੜੇ ਵਾਲੇ ਧਿਆਨ ਜਾਂਦਾ ਸੀ, ਨਾ ਸਾਰਾ ਬਸ ਕੰਮ ਵੀ ਆਪਣਾ ਸਾਰਾ ਭੱਜ ਭੱਜ ਕੇ ਕਰ ਲੈਂਦੀ ਸੀ ਮੈਂ। ਹਾਂਜੀ। ਹੁਣ ਨਹੀਂ, ਸਰੀਰ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋ ਗਏ ਜਦੋਂ ਦਵਾਈ ਲੈਣੀ ਸ਼ੁਰੂ ਕੀਤੀ? ਬਦਲਾਅ ਆਉਣੇ ਸ਼ੁਰੂ ਹੋ ਗਏ, ਨੀਂਦ ਆਉਣ ਲੱਗ ਗਈ, ਮਤਲਬ ਕਿ ਕੋਈ ਐਵੇਂ ਦੀ ਟੈਨਸ਼ਨ ਵਾਲੀ ਕੋਈ ਗੱਲ ਦਿਮਾਗ ਦੇ ਵਿੱਚ ਜਿਵੇਂ ਫਾਲਤੂ ਆਉਂਦੀ ਨਹੀਂ ਸੀ। ਹਾਂਜੀ। ਬੋਲ ਵੀ ਜਾਂਦਾ ਤਾਂ ਕਹਿੰਦਾ ਚੱਲ ਬੋਲੀ ਜਾ, ਮੈਨੇ ਕੀ ਲੈਣਾ। ਬੋਲੀ ਜਾ, ਹਾਂਜੀ। ਮਤਲਬ ਕਿ ਜਿਵੇਂ ਕੋਈ ਬੋਲ ਵੀ ਦਿੰਦਾ ਤੇ ਮੈਨੂੰ ਹੁੰਦਾ ਕਿ ਜੇ ਬੋਲੀ ਜਾ ਜੋ ਬੋਲਦਾ, ਮੈਨੂੰ ਕੋਈ ਅਸਰ ਨਹੀਂ ਹੁੰਦਾ ਸੀ ਉਹਦਾ। ਤੇ ਪਹਿਲਾਂ ਮੈਨੂੰ ਮਤਲਬ ਕਿ ਗੁੱਸਾ ਬਹੁਤ ਹੁੰਦਾ ਸੀ ਜਦੋਂ ਕੋਈ ਕੁਝ ਕਹਿੰਦਾ ਸੀ, ਤੇ ਫਿਰ ਉਦੋਂ ਗੁੱਸਾ ਬਹੁਤ ਆਉਂਦਾ ਸੀ। ਪਹਿਲਾਂ ਤਾਂ ਜੇ ਕੋਈ ਕੋਲੋਂ ਵੀ ਲੰਘਦਾ ਹੋਣਾ ਵੀ ਮੈਨੂੰ ਬਾਹ ਮਾਰ ਕੇ ਲੰਘਿਆ, ਐਦਾਂ ਵੀ ਸੋਚ ਵਿਚਾਰ ਆ ਜਾਂਦਾ। ਹਾਂਜੀ ਹਾਂਜੀ ਹਾਂਜੀ, ਵੀ ਮੈਨੂੰ ਕਿਉਂ ਛੇੜਿਆ, ਕਿਉਂ ਹੱਥ ਕਿਉਂ ਲਾਇਆ ਜੀ ਉਹ। ਹਾਂਜੀ। ਤੇ ਹੁਣ ਤੇ ਬਹੁਤ ਵਧੀਆ ਮਤਲਬ। ਅੱਛਾ, ਫਿਰ ਇਹ ਦਵਾਈ ਜਿਹੜੀ ਹੈ ਇਹ ਕਿੰਨੀ ਦੇਰ ਖਾਣੀ ਪਈ ਤੁਹਾਨੂੰ? ਇਹ ਦਵਾਈ ਕਿੰਨੀ ਦੇਰ ਲੈਣੀ ਪਈ ਡਾਕਟਰ ਵਰਿੰਦਰ ਸਿੰਘ ਭੁੱਲਰ ਨੂੰ? ਇਹ ਸਰ ਮੈਂ 3 ਮਹੀਨੇ ਦਵਾਈ ਮਤਲਬ ਕਿ ਲਈ ਇਹਨਾਂ ਕੋਲੋਂ। ਹਾਂਜੀ, 3 ਮਹੀਨੇ ਦਾ ਕੋਰਸ ਕਰਨ ਨਾਲ ਮੈਂ ਹੁਣ ਬਿਲਕੁਲ ਠੀਕ ਹਾਂ ਜੀ। ਬਿਲਕੁਲ ਓਕੇ? ਹਾਂਜੀ ਹਾਂਜੀ ਸਰ, ਮੈਨੂੰ 3 ਮਹੀਨੇ ਛੱਡੀ ਨੂੰ ਵੀ ਹੋ ਗਏ ਹੁਣ, ਤੇ ਕੋਈ ਪ੍ਰੋਬਲਮ ਨਹੀਂ ਆਈ। ਹਾਂਜੀ। ਤੇ ਕਿੰਨੇ ਕੁ ਪੈਸੇ ਲੱਗੇ ਇਮਾਨਦਾਰੀ ਨਾਲ ਬਿਲਕੁਲ, ਵੀ ਕਿੰਨੇ ਪੈਸੇ ਪਹਿਲਾਂ ਲੱਗੇ ਸੀ ਤੇ ਕਿੰਨੇ ਪੈਸੇ ਹੁਣ ਲੱਗੇ? ਸਰ ਜਿਵੇਂ ਮੰਨ ਲਓ ਦਵਾਈ ਇੱਕ ਵਾਰੀ ਖੜ ਕੇ ਤੇ 800 ਰੁਪਏ ਦੀ ਇੱਕ ਦਵਾਈ ਸੀ, 1600 ਤੇ ਜਿਵੇਂ 32-3500 ਰੁਪਏ ਦੀ ਦਵਾਈ ਆਂਦੀ ਸੀ ਮਹੀਨੇ ਦੀ ਪਹਿਲਾਂ। ਹੁਣ ਜਿਵੇਂ ਇੱਥੋਂ ਖੜਦੀ ਸੀ। ਹਾਂਜੀ ਹਾਂਜੀ। ਤੇ ਪਹਿਲਾਂ ਵਾਲੀ ਤੇ ਉਹ ਵੀ ਐਵੇਂ ਹੀ 3500 ਦੀ 4000 ਦੀ ਮਹੀਨੇ ਦੀ ਆ ਜਾਂਦੀ ਸੀ, ਤੇ ਮਹੀਨੇ ਦੀ ਇਕੱਠੀ ਲੈ ਆਈਦੀ ਸੀ। ਯਾਨੀ ਜਿਹੜੇ ਕਿਰਾਏ ਭਾੜੇ ਲੱਗਦੇ ਸੀ ਦਿਨ ਲੱਗੋ ਵੱਖਰੇ। ਹਾਂਜੀ, ਉਹ ਵੱਖਰੇ। ਹਾਂਜੀ ਹਾਂਜੀ। ਤੇ ਧੱਕੇ ਖਾਣੇ, ਤੁਹਾਨੂੰ ਪਤਾ ਬੱਸਾਂ 'ਚ ਰੋਜ਼-ਰੋਜ਼ ਜਾਣਾ, ਫਿਰ ਰਮਾਨ ਵੀ ਨਹੀਂ ਆਉਣਾ, ਤੇ ਫਿਰ ਬੜਾ ਔਖਾ ਲੱਗਦਾ ਸੀ ਕਿ ਕੀ ਫਾਇਦਾ ਦਵਾਈ ਲੈਣ ਦਾ ਵੀ, ਫਿਰ ਲੈ ਕੇ ਵੀ ਉਹੀ ਹਾਲ ਆਪਣਾ। ਹਾਂਜੀ। ਹੁਣ ਜਦੋਂ ਦਵਾਈ ਬਿਲਕੁਲ ਅਸਰ ਕਰ ਗਈ ਤੁਹਾਡੇ ਤੇ, ਸਰਵਾਈਕਲ ਦਾ ਕੀ ਬਣਿਆ ਫਿਰ? ਸਰਵਾਈਕਲ ਦਾ ਸਰ ਬਹੁਤ ਫਰਕ ਆ ਹੁਣ। ਜਿਵੇਂ ਸਿਰ ਨੂੰ ਜਿਵੇਂ ਮੇਰੇ ਨੂੰ ਜਿਵੇਂ ਰਮਾਨ ਆ ਗਿਆ, ਤੇ ਫਿਰ ਜਿਵੇਂ ਸਰਵਾਈਕਲ ਵੀ ਹੌਲੀ-ਹੌਲੀ ਨਾਲ-ਨਾਲ ਠੀਕ ਹੁੰਦਾ ਜਾਂਦਾ। ਹੋ ਗਿਆ ਕਾਫੀ ਹੱਦ ਤੱਕ ਠੀਕ ਆ ਹੁਣ? ਕਾਫੀ ਹੱਦ ਤਾਈਂ ਠੀਕ ਹੋ ਗਿਆ ਹੁਣ। ਸਰਵਾਈਕਲ ਦੇ ਪਿੱਠ 'ਚ ਵੀ ਦਰਦ ਹੁੰਦਾ ਸੀ, ਬਾਂਹ 'ਚ ਵੀ ਹੁੰਦਾ ਸੀ ਦਰਦ? ਨਹੀਂ, ਬਾਂਹ 'ਚ ਨਹੀਂ ਦਰਦ ਹੁੰਦਾ ਸੀ, ਨਹੀਂ ਨਾ ਮੋਢਿਆਂ 'ਚ ਹੀ ਹੁੰਦਾ ਸੀ, ਬਸ ਧੌਣ ਨੂੰ ਹੀ ਦਰਦ ਕਰੀ ਜਾਂਦੀ। ਧੌਣ ਇਹ ਧੌਣ ਜਿਵੇਂ ਨਾ ਠਾਂ ਹੀ ਹੁੰਦਾ ਜ਼ਿਆਦਾ ਸਿਰ, ਨਾ ਤਾਂ ਹੀ ਹੁੰਦਾ ਵਾ, ਜਿਵੇਂ ਸਿੱਧੇ ਰਹੋ ਫਿਰ ਹੀ ਠੀਕ ਆ। ਤੇ ਕੋਈ ਚੱਕਰ ਵਗੈਰਾ ਵੀ ਆਉਂਦੇ ਸੀਗੇ ਪਹਿਲਾਂ? ਚੱਕਰ ਜਦੋਂ ਮੰਨ ਲਓ ਫਿਰ ਜੇ ਮੈਂ ਕੋਈ ਕੰਮ-ਕੁਮ ਕਰਦੀ ਹਾਂ ਫਿਰ ਆਉਂਦੇ ਸੀਗੇ। ਹਾਂਜੀ, ਫਿਰ ਸਿਰ ਘੁੰਮਣ ਲੱਗ ਜਾਂਦਾ ਸੀ। ਹੁਣ ਠੀਕ ਹੋ ਬਿਲਕੁਲ ਤੁਸੀਂ? ਹਾਂਜੀ, ਹੁਣ ਬਿਲਕੁਲ ਠੀਕ ਆ। ਤੇ ਪਰਿਵਾਰ ਦੇ ਵਿੱਚ ਕਿਸੇ ਹੋਰ ਨੂੰ ਕੋਈ ਪ੍ਰੋਬਲਮ ਆਈ ਹੋਵੇ ਤੇ ਉਹਦਾ ਵਿਸ਼ਵਾਸ ਤੁਹਾਡਾ ਡਾਕਟਰ ਸਾਹਿਬ ਤੇ ਬਣਿਆ ਹੋਵੇ ਤੇ ਉਹਨੂੰ ਵੀ ਦਵਾਈ ਦਵਾਈ ਹੋਵੇ? ਮੇਰੇ ਬੇਟੇ ਨੂੰ ਸਰ ਅਲਰਜੀ ਆ, ਤੇ ਉਹਨੂੰ ਮਤਲਬ ਕਿ ਆਪਾਂ ਦਵਾਈ ਲਈ ਸੀ ਉਹਦੀ, ਤੇ ਉਹਨੂੰ ਛਿੱਕਾਂ ਆਉਂਦੀਆਂ ਸੀ, ਜਿਵੇਂ ਜ਼ੁਕਾਮ ਹੋ ਜਾਂਦਾ ਸੀ ਬਾਰ-ਬਾਰ, ਤੇ ਹੁਣ ਬਹੁਤ ਮਤਲਬ ਕਿ ਫਰਕ ਪੈ ਗਿਆ ਉਹਨੂੰ। ਦਵਾਈ ਅਜੇ ਬੇਟੇ ਨੇ ਮੁੜ ਕੇ ਪੂਰੀ ਦਵਾਈ ਧਿਆਨ ਨਾਲ ਖਾਧੀ ਨਹੀਂ ਆ, ਤੇ ਫਿਰ ਵੀ ਬਹੁਤ ਜ਼ਿਆਦਾ ਫਰਕ ਪੈ ਗਿਆ ਉਹਨੂੰ। ਛਿੱਕਾਂ ਜ਼ੁਕਾਮ ਠੀਕ ਹੋ ਗਿਆ? ਹਾਂਜੀ ਹਾਂਜੀ, ਛਿੱਕਾਂ ਜ਼ੁਕਾਮ ਠੀਕ ਹੋ ਗਿਆ ਉਹਦਾ। ਅਲਰਜੀ ਉਹਨੂੰ ਮਤਲਬ ਕਿ ਬਚਪਨ ਤੋਂ ਹੀ ਅਲਰਜੀ ਸੀਗੀ ਉਹਨੂੰ। ਹਾਂਜੀ। ਤੇ ਇਸ ਤੋਂ ਇਲਾਵਾ ਜਿਹੜੇ ਲੋਕ ਤੁਹਾਨੂੰ ਦੇਖਦੇ ਹੋਣੇ ਉਹਨਾਂ ਨੂੰ ਵੀ ਪਤਾ ਹੋਣਾ ਵੀ ਇਹ ਬਿਮਾਰ ਹੈ, ਕਾਫੀ ਚਿਰ ਤੋਂ ਬਿਮਾਰ ਹੈ, ਡਿਪਰੈਸ਼ਨ ਦੇ ਵਿੱਚ ਹੈ, ਮਾਈਗ੍ਰੇਨ ਹੈ, ਸਰਵਾਈਕਲ ਹੈ, ਦਵਾਈ ਲੈਣ ਜਾਂਦੇ ਨੇ, ਆਰਾਮ ਨਹੀਂ ਆ ਰਿਹਾ, ਇਹ ਪੁੱਛਿਆ ਹੋਣਾ ਵੀ ਕਿੱਥੋਂ ਆਰਾਮ ਆ ਗਿਆ? ਹਾਂਜੀ, ਪੁੱਛਦੇ ਨੇ ਸਰ। ਪੁੱਛਿਆ ਉਹਨਾਂ ਨੇ ਮੈਨੂੰ, ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਐਵੇਂ ਮਤਲਬ ਕਿ ਡਾਕਟਰ ਵਰਿੰਦਰ ਸਿੰਘ ਭੁੱਲਰ ਆ, ਮੋਗੇ ਤੋਂ ਮੈਂ ਠੀਕ ਹੋਈ ਹਾਂ। ਫਿਰ ਮੈਂ ਸਾਰਿਆਂ ਨੂੰ ਦੱਸਦੀ ਹੁਣ, ਜਿਹੜਾ ਵੀ ਮੈਨੂੰ ਪੁੱਛਦਾ ਵੀ ਹੁਣ ਤੂੰ ਠੀਕ ਆ? ਹਾਂਜੀ, ਮੈਂ ਕਿਹਾ ਮੈਂ ਠੀਕ ਆ ਹੁਣ। ਉਹ ਤੁਹਾਡੇ ਕਹਿਣ ਤੇ ਉਰੇ ਆਇਆ ਵੀ ਕਿ ਗੱਲਾਂ ਹੀ ਸੁਣ ਕੇ ਚੁੱਪ ਕਰ ਗਏ? ਹਾਂਜੀ, ਨਹੀਂ, ਮੇਰੇ ਕਹਿਣ 'ਤੇ ਬਹੁਤ ਆਏ ਆ। ਮਤਲਬ ਕਿ ਇੱਥੋਂ ਮਖੂ ਤੋਂ ਹੀ ਇੱਕ ਵੀਰ ਜੀ ਹੈਗੇ ਆ, ਗੁਰਪ੍ਰਤਾਪ ਸਿੰਘ, ਉਹਨਾਂ ਦੀ ਮਤਲਬ ਕਿ ਲੱਤ ਦੇ ਵਿੱਚ ਫ੍ਰੈਕਚਰ ਸੀ। ਉਹਨਾਂ ਨੂੰ ਮੈਂ ਕਿਹਾ ਸੀ ਕਿ ਮੈਂ ਤੁਸੀਂ ਉੱਥੋਂ ਮਤਲਬ ਕਿ ਮੈਡੀਸਨ ਲੈ ਕੇ ਆਓ, ਤੁਸੀਂ ਠੀਕ ਹੋ ਜਾਣਾ ਵਾ। ਤੇ ਇੱਕ ਉਹਨਾਂ ਦੀ ਵਾਈਫ ਨੂੰ ਵੀ ਮਤਲਬ ਕਿ ਪ੍ਰੋਬਲਮ ਹੈਗੀ ਸੀ ਕੋਈ ਅੰਦਰੂਨੀ, ਤੇ ਉਹ ਵੀ ਠੀਕ ਨੇ, ਉਹ ਵੀ ਆਏ ਆ। ਹਾਂਜੀ। ਇੱਕ ਮਤਲਬ ਕਿ ਬੇਟਾ ਛੋਟਾ ਜਿਹਾ ਜਿਵੇਂ ਜਸਕੀਰਤ, ਉਹਨਾਂ ਦੇ ਲਾਗੇ ਪੜੋਸੀਆਂ ਦਾ ਹੀ ਆ, ਤੇ ਉਹਨਾਂ ਨੂੰ ਮੈਂ ਕਿਹਾ ਸੀ ਮਤਲਬ ਕਿ ਉਹਦੀ ਮੰਮਾ ਨੂੰ, ਕਰਮਜੀਤ ਨੂੰ, ਮੈਂ ਕਿਹਾ ਕਰਮਜੀਤ ਤੂੰ ਆਪਣੇ ਬੇਟੇ ਦੀ ਦਵਾਈ ਮਤਲਬ ਕਿ ਮੋਗਿਓ ਲੈ ਕੇ ਆ, ਠੀਕ ਹੋ ਜਾਏਗਾ ਬੇਟਾ ਤੇਰਾ। ਤੇ ਉਹ ਕਹਿੰਦੀ ਨਹੀਂ ਦੀਦੀ, ਮੇਰੇ ਪਹਿਲੋਂ 2 ਬੱਚੇ ਜਾ ਚੁੱਕੇ ਆ, ਫਿਰ ਉਹਨਾਂ ਦੇ 2 ਬੱਚੇ ਪਹਿਲੋਂ ਇਸੇ ਬਿਮਾਰੀ ਦੇ ਨਾਲ ਹੀ ਖਤਮ ਹੋ ਚੁੱਕੇ ਸੀ।
ਤੋ ਇੰਨੇ ਜ਼ਿਆਦਾ ਟੁੱਟ ਚੁੱਕੇ ਸੀ, ਕਹਿੰਦੇ ਕਿ ਹੁਣ ਮੈਂ ਇਹਨੂੰ ਕੋਈ ਦਵਾਈ ਨਹੀਂ ਦਵਾਉਣੀ, ਵੀ ਉਹ ਬੱਚੇ ਮੇਰੇ ਦਵਾਈ ਖਾ ਖਾ ਕੇ ਮਤਲਬ ਕਿ ਦੁਨੀਆ ਤੋਂ ਤੁਰ ਗਏ ਆ, ਤੇ ਇਹ ਬੱਚੇ ਨੂੰ ਮੈਂ ਕੋਈ ਦਵਾਈ ਨਹੀਂ ਖਾਣੀ, ਪ੍ਰੋਬਲਮ ਫਿਰ ਇਹਨੂੰ ਉਹੀ ਆ। ਤੇ ਜਿੰਨੇ ਚਿਰ ਇਹ ਜ਼ਿੰਦਗੀ ਜੋ ਵੀ ਆ ਚਲ ਪਰਮਾਤਮਾ ਅੱਗੋਂ ਚੰਗੀ ਲਿਖੇ, ਤੇ ਪਰ ਮੈਂ ਦਵਾਈ ਨਹੀਂ ਕੋਈ ਵੀ ਖਵਾਉਣੀ। ਤੇ ਮੈਂ ਗੁਰਦੁਆਰਾ ਸਾਹਿਬ ਬੈਠੀ, ਮੈਂ ਕਿਹਾ ਮਤਲਬ ਕਿ ਕਰਮਜੀਤ ਜੇ ਸਤਿਗੁਰ ਕੋਈ ਨਾ ਕੋਈ ਢੋਈ ਲਾ ਦਿੰਦਾ ਕਿਸੇ ਬੰਨੇ, ਤੇ ਸਿੱਧੇ ਨਹੀਂ ਆਣ ਕੇ ਮਿਲਦੇ ਪਰਮਾਤਮਾ, ਤੇ ਕੋਈ ਕਿਸੇ ਬੰਦੇ ਨੂੰ ਭੇਜ ਦਿੰਦੇ ਆ। ਤੇ ਮੈਂ ਕਿਹਾ ਤੂੰ ਇੱਕ ਵਾਰੀ ਭਰੋਸਾ ਕਰਕੇ ਵੇਖ ਲੈ, ਤੂੰ ਦਵਾਈ ਦਵਾ ਲਾ, ਠੀਕ ਹੋ ਜਾਣਾ ਬੇਟੇ ਤੇਰੇ ਨੇ। ਤੇ ਕਹਿੰਦੀ ਚੱਲ ਕੋਈ ਨਹੀਂ ਦੀਦੀ ਮੈਂ ਸੋਚੂੰਗੀ। ਤੇ ਫਿਰ ਜਿਵੇਂ 2-4 ਮਹੀਨੇ ਲੰਘ ਗਏ, ਸੋਚਦੀ ਰਹੀ ਜਿਵੇਂ ਵੀ ਨਹੀਂ, ਉਹਦਾ ਇਰਾਦਾ ਨਹੀਂ ਵੀ ਮੈਂ ਦਵਾਈ ਨਹੀਂ ਲੈਣੀ। ਤੇ ਹੁਣ ਫਿਰ ਇੱਕ ਦਿਨ ਉਹ ਮਤਲਬ ਗੁਰਪ੍ਰਤਾਪ ਹੋਣੀ ਦਵਾਈ ਲੈਣ ਲੱਗ ਗਏ ਇੱਥੋਂ, ਉਹਨਾਂ ਨੂੰ ਕਾਫੀ ਫਰਕ ਪਿਆ। ਤੇ ਫਿਰ ਹੁਣ ਉਹਨਾਂ ਨੇ ਵੇਖ ਕੇ ਫਿਰ ਕਹਿੰਦੀ ਚੱਲ ਮੈਂ ਵੀ ਦਵਾਈ ਮਤਲਬ ਕਿ ਆਪਣੇ ਬੇਟੇ ਨੂੰ, ਤੇ ਦਵਾਈ ਦਵਾਈ ਉਹਨਾਂ ਨੇ, ਤੇ ਹੁਣ ਬੇਟੇ ਨੂੰ ਮਤਲਬ ਕਿ ਬਹੁਤ ਫਰਕ ਆ, ਉਹਨਾਂ ਦੇ ਨੂੰ ਬਹੁਤ ਖੁਸ਼ ਆ ਨੇ ਹੁਣ। ਹਾਂਜੀ, ਇੱਕ ਹੋਰ ਲਾਗੇ ਹੈਗੇ ਸੀ, ਮਤਲਬ ਕਿ ਉਹਨਾਂ ਦਾ ਨਾਂ ਰਜਿੰਦਰ ਹੈ, ਮਤਲਬ ਕਿ ਨੋਹ ਹੀ ਇੱਥੋਂ ਦੀ ਮਖੂ ਦੀ ਆ। ਤੇ ਉਹਨਾਂ ਦੀ ਵੀ ਬਹੁਤ ਕਾਫੀ ਪੁਰਾਣੀ ਪ੍ਰੋਬਲਮ ਸੀ ਉਹਨਾਂ ਦੀ ਵੀ। ਤੇ ਉਹਨਾਂ ਨੂੰ ਮਤਲਬ ਕਿ ਮੈਂ ਕਿਹਾ ਤੁਸੀਂ ਉੱਥੋਂ ਦਵਾਈ ਲੈ ਕੇ ਆਓ, ਠੀਕ ਹੋ ਜਾਓਗੇ ਤੁਸੀਂ। ਤੋ ਵੀ ਆਏ ਇੱਥੇ ਦਵਾਈ ਲੈਣ, ਉਹ ਵੀ ਬਿਲਕੁਲ ਠੀਕ ਆ ਹੁਣ। ਹਾਂਜੀ, ਸਾਰੇ ਧੰਨਵਾਦ ਕਰਦੇ ਸਗੋਂ ਜਦੋਂ ਵੀ ਮਿਲਦੇ ਆ, ਕਿ ਤੁਸੀਂ ਮਤਲਬ ਕਿ ਵਧੀਆ ਕੀਤਾ ਸਾਨੂੰ ਉੱਥੇ ਡਾਕਟਰ ਸਾਹਿਬ ਨਾਲ ਮਿਲਾਇਆ, ਤੇ ਸਾਡੀ ਮਤਲਬ ਕਿ ਅਸੀਂ ਫਰਕ ਪੈ ਗਿਆ ਸਾਨੂੰ। ਅੱਛਾ, ਜਿਹੜੇ ਬੰਦੇ ਅੰਤ ਦੇ ਵਿੱਚ ਤੁਹਾਡੇ ਕੋਲ ਇੱਕ ਸਵਾਲ ਕਰਦਾ ਕਿ ਜਿਹੜੇ ਬੰਦੇ ਤੁਹਾਨੂੰ ਦੇਖ ਰਹੇ ਨੇ, ਤੁਹਾਡਾ ਤਜਰਬੇ ਤੋਂ ਕੁਝ ਲਾਹਾ ਲੈਣਾ ਚਾਹੁੰਦੇ ਨੇ, ਕੁਝ ਫਾਇਦਾ ਲੈਣਾ ਚਾਹੁੰਦੇ, ਕੀ ਕਹਿਣਾ ਚਾਹੋਗੇ? ਸਰ ਮੈਂ ਤਾਂ ਇਹੀ ਕਹਾਂਗੀ ਕਿ ਡਾਕਟਰ ਰਵਿੰਦਰ ਸਿੰਘ ਭੁੱਲਰ ਮੇਰੇ ਲਈ ਤਾਂ ਰੱਬ ਨੇ। ਮਤਲਬ ਕਿ ਤੁਸੀਂ ਆਪਾਂ ਵਿਸ਼ਵਾਸ ਦੀ ਲੋੜ ਹੁੰਦੀ ਹੈ, ਇੱਕ ਵਿਸ਼ਵਾਸ ਆਪਾਂ ਕਰ ਲਈਏ। ਤੁਹਾਨੂੰ ਪਤਾ ਵੀ ਧੰਨੇ ਭਗਤ ਨੇ ਵੀ ਪੱਥਰਾਂ 'ਚ ਰੱਬ ਨੂੰ ਪਾ ਲਿਆ ਸੀ। ਹਾਂਜੀ, ਤੇ ਮਤਲਬ ਕਿ ਵਿਸ਼ਵਾਸ ਹੈ ਤਾਂ ਸਾਰਾ ਕੁਛ ਹੈ ਸਰ। ਤੇ ਵਿਸ਼ਵਾਸ ਮਤਲਬ ਕਿ ਸਰ ਤੇ ਬਹੁਤ ਹੀ ਵਧੀਆ ਮਤਲਬ ਕਿ ਤਰੀਕੇ ਨਾਲ ਕੋਈ ਕਾਹਲੇ ਨਹੀਂ ਪੈਂਦੇ, ਬੜਾ ਆਰਾਮ ਨਾਲ ਗੱਲ ਸੁਣਦੇ ਨੇ। ਹਾਂਜੀ, ਸਾਰੀ ਗੱਲ ਨੂੰ ਮਤਲਬ ਕਿ ਸੁਣ ਕੇ ਸਮਝ ਕੇ ਫਿਰ ਜਿਹੜੀ ਗੱਲ ਆਪਾਂ ਨੂੰ ਪ੍ਰੋਬਲਮ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਅੰਦਰ ਕਿਹੜੀ ਹੋਵੇ, ਉਹ ਨਬਜ਼ ਫੜ ਕੇ ਦੱਸ ਦਿੰਦੇ ਕਿ ਤੁਹਾਨੂੰ ਆਹ ਪ੍ਰੋਬਲਮ ਚੱਲਦੀ ਪਈ। ਹਾਂਜੀ ਹਾਂਜੀ, ਦੱਸ ਦਿੰਦੇ। ਹਾਂਜੀ, ਤੇ ਬਹੁਤ ਵਧੀਆ ਮਤਲਬ ਕਿ ਡਾਕਟਰ ਸਾਹਿਬ ਦਵਾਈ ਦਿੰਦੇ ਨੇ। ਸੋ ਇਹ ਸਨ ਕਮਲਜੀਤ ਕੌਰ ਜੀ, ਜਿਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ, ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਆਈ, ਪਰਿਵਾਰ ਦੇ ਵਿੱਚ ਕਿੱਦਾਂ ਦੀ ਪ੍ਰੋਬਲਮ ਸੀ, ਜਿਸ ਤੋਂ ਬਾਅਦ ਉਹ ਪ੍ਰੋਬਲਮ ਵੱਧਦੀ ਜਿਹੜੀ ਉਹ ਡਿਪਰੈਸ਼ਨ ਦੇ ਵਿੱਚ ਕਨਵਰਟ ਹੋ ਗਈ। ਡਿਪਰੈਸ਼ਨ ਤੋਂ ਬਾਅਦ ਇਹਨਾਂ ਨੂੰ ਮਾਈਗ੍ਰੇਨ ਹੋ ਗਿਆ, ਮਾਈਗ੍ਰੇਨ ਤੋਂ ਬਾਅਦ ਇਹਨਾਂ ਨੂੰ ਸਰਵਾਈਕਲ ਹੋ ਗਿਆ। ਲੰਮਾ ਸਮਾਂ ਇਹ ਦਵਾਈਆਂ ਲੈਂਦੇ ਰਹੇ, ਚੀਜ਼ਾਂ ਭੁੱਲਣ ਲੱਗ ਗਏ, ਇੱਥੋਂ ਤੱਕ ਕਿ ਦਵਾਈ ਲੈਣ ਗਏ ਅੰਮ੍ਰਿਤਸਰ, ਉੱਥੇ ਡਾਕਟਰ ਕੋਲ ਪਹਿਲਾਂ ਜਾਂਦੇ ਰਹੇ, ਪਰ ਉੱਥੇ ਇਕੱਲੇ ਚਲੇ ਗਏ ਤਾਂ ਉੱਥੇ ਡਾਕਟਰ ਬਾਰੇ ਬਿਲਕੁਲ ਅਤਾ ਪਤਾ ਬਿਲਕੁਲ ਹੀ ਭੁੱਲ ਗਏ। ਉੱਥੇ ਸਾਰੇ ਸੜਕਾਂ 'ਤੇ ਘੁੰਮ ਕੇ ਬਿਨਾਂ ਦਵਾਈ ਲਏ ਹੀ ਵਾਪਸ ਆ ਗਏ। ਹਾਲਾਤ ਇੱਦਾਂ ਦੇ ਹੋ ਗਏ ਕਿ ਦਵਾਈ ਲਈ ਵੀ ਜਾਂਦੇ ਸੀਗੇ, ਪਰ ਉਹਦੇ ਬਾਵਜੂਦ ਵੀ ਕੋਈ ਅਸਰ ਨਹੀਂ ਹੋਇਆ। ਜਿੰਨੀ ਦੇਰ ਦਵਾਈ ਲਈ ਗਏ ਉਨੀ ਦੇਰ ਤਾਂ ਨੀਂਦ ਨੂੰਦ ਆ ਕੇ ਮਾੜਾ ਮੋਟਾ ਮਾਹੌਲ ਠੀਕ ਰਿਹਾ, ਲੇਕਿਨ ਇੱਕ ਸਮਾਂ ਐਸਾ ਆਇਆ ਕਿ ਉਹ ਦਵਾਈ ਵੀ ਅਸਰ ਕਰਨੀ ਬੰਦ ਹੋ ਗਈ। ਫਿਰ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਬਿਮਾਰੀ, ਆਪਣਾ ਦੁੱਖ ਜਿਹੜਾ ਸਾਂਝਾ ਕੀਤਾ, ਤੇ ਉਹਨਾਂ ਨੇ ਜਿਹੜਾ ਦਵਾਈ ਦਿੱਤੀ, ਜਿਹੜਾ ਮਰਜ਼ ਜਿਹੜਾ ਸੀ 8 ਸਾਲਾਂ ਤੋਂ ਚੱਲਿਆ ਆ ਰਿਹਾ ਸੀਗਾ, ਉਹ 4 ਦਿਨਾਂ ਦੇ ਵਿੱਚ ਇਹਨਾਂ ਦਾ ਕਹਿਣਾ ਸੀਗਾ ਵੀ 4 ਦਿਨਾਂ ਵਿੱਚ ਮੈਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ। 4 ਦਿਨਾਂ ਵਿੱਚ ਮੈਨੂੰ ਲੱਗਣ ਲੱਗ ਗਿਆ ਕਿ ਮੈਨੂੰ ਜਿਹੜਾ ਅੰਦਰ ਪ੍ਰੋਬਲਮ ਹੈਗੀ ਆ ਉਹ ਠੀਕ ਹੋ ਰਹੀ ਹੈ। ਤੇ 3 ਮਹੀਨੇ ਦਾ ਇਹਨਾਂ ਨੇ ਕੋਰਸ ਕੀਤਾ, ਤੇ ਉਸ ਤੋਂ ਬਾਅਦ ਅੱਜ ਇਹ ਬਿਲਕੁਲ ਤੰਦਰੁਸਤ ਹਾਲਤ ਦੇ ਵਿੱਚ ਚਿਹਰੇ 'ਤੇ ਮੁਸਕਰਾਹਟ ਲੈ ਕੇ ਜਿਹੜੇ ਨੇ ਆਪਣੇ ਨਾਲ ਇਹ ਤਜਰਬਾ ਸਾਂਝਾ ਕਰ ਰਹੇ ਨੇ। ਤੇ ਨਾਲ ਇਹਨਾਂ ਨੇ ਹੋਰ ਬਹੁਤ ਸਾਰੇ ਆਪਣੇ ਜਾਣਕਾਰਾਂ ਨੂੰ ਜਿਹੜਾ ਆਪਣਾ ਤਜਰਬਾ ਸਾਂਝਾ ਕੀਤਾ, ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੋਰ ਪਾਸੋਂ ਵੀ ਇਲਾਜ ਕਰਵਾ ਚੁੱਕੇ ਹੋ, ਪਰ ਹੁਣ ਇੱਕ ਵਾਰ ਤੁਸੀਂ ਇਲਾਜ ਜਿਹੜਾ ਉਹ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਕੋਲ ਜਾ ਕੇ ਮਿਲ ਕੇ ਉਹਨਾਂ ਤੋਂ ਕਰਾਓ। ਜਿਹੜੇ ਬੰਦਿਆਂ ਨੂੰ ਇਹਨਾਂ ਨੇ ਰਿਕਮੈਂਡ ਕਰਦੇ ਚਲੇ ਗਏ, ਉਹ ਹਰੇਕ ਬੰਦਾ ਇੱਥੇ ਆ ਕੇ ਠੀਕ ਹੁੰਦਾ ਚਲਾ ਗਿਆ। ਤਜਰਬਾ ਇਹਨਾਂ ਦੇ, ਇਹ ਲੋਕੀ ਇਹਨਾਂ ਦਾ ਧੰਨਵਾਦ ਕਰ ਰਹੇ ਨੇ, ਇਹ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਦਾ ਧੰਨਵਾਦ ਕਰ ਰਹੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਸਾਰੇ ਲੋਕਾਂ ਨੂੰ ਹੋ ਸਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।